ਜਸਟਿਸ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਕੇਂਦਰ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਵਿਰੋਧੀ ਧਿਰ ਨੇ ਲਿਆਂਦਾ ਤੇ ਇਸ ਦਾ ਨੋਟਿਸ ਦੀ ਪ੍ਰਵਾਨਗੀ ਜਿਹੜੀ ਸਪੀਕਰ ਵੱਲੋਂ ਦੇ ਦਿੱਤੀ ਗਈ ਹੈ। ਬਹਿਸ ਹੋਵੇਗੀ, ਚਰਚਾ ਹੋਵੇਗੀ, ਅਗਲੇ ਹਫਤੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਕੋਲ ਨੰਬਰ ਪੂਰੇ ਆ, ਪਰ ਫਿਰ ਵੀ ਵਿਰੋਧੀ ਧਿਰਾਂ ਨੇ ਇਹ ਕਦਮ ਕਿਉਂ ਚੁੱਕਿਆ? ਕਿਹੜਾ ਮੈਸੇਜ ਉਹ ਦੇਣਾ ਚਾਹੁੰਦੇ ਆ? ਮਕਸਦ ਹੈ ਕੀ ਹੈ? ਇਸ ਤੋਂ ਪਹਿਲਾਂ ਵੀ ਬੇਭਰੋਸਗੀ ਮਤਾ ਲਿਆਂਦਾ ਗਿਆ ਸੀਗਾ, ਉਦੋਂ ਵੀ ਮੂੰਹ ਦੀ ਖਾਣੀ ਪਈ ਸੀ। ਹੁਣ ਇਸ ਵਾਰ ਕਿਹੜਾ ਸੁਨੇਹਾ ਜਿਹੜਾ ਉਹ ਲੁਕਿਆ ਹੋਇਆ, ਉਸੇ ਨੂੰ ਅਸੀਂ ਪੁੱਛਾਂਗੇ ਬੇਭਰੋਸਗੀ ਮਤੇ ਦਾ ਮਕਸਦ ਕੀ? ਲੋਕ ਸਭਾ ਸਪੀਕਰ ਓਮ ਬਿਰਲਾ ਹੋਰਾਂ ਨੇ ਕੀ ਕਿਹਾ ਇਸ ਮਤੇ ਦੇ ਉੱਪਰ, ਤੇ ਨਾਲ ਹੀ ਪ੍ਰਧਾਨ ਮੰਤਰੀ नरेंद्र मोदी ने ਇਸ ਤੋਂ ਪਹਿਲਾਂ ਕੀ ਕਿਹਾ ਸੀਗਾ 2019 ਵਿੱਚ, ਉਹ ਵੀ ਸੁਣ ਲਈਏ। इस प्रस्ताव की अनुमति दी जाती है। मैं सभी दलों के नेताओं से चर्चा कर और नियमों के तहत उचित समय पर चर्चा करने की तिथि से आप सबको अवगत करा दूंगा। और उस समय मैंने आपको एक शुभकामनाएं दी थी, वो शुभकामनाएं मैं आज फिर देना चाहता हूं कि आप इतनी तैयारी करो कि 2023 में फिर से आपको अविश्वास प्रस्ताव लाने का मौका मिले। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ ਦੀ ਸੰਸਦ 'ਚ ਬੇਭਰੋਸਗੀ ਮਤੇ ਵਾਲੀ ਨੌਬਤ ਆਈ ਕਿਉਂ? ਇਸੇ ਸਵਾਲ ਤੇ ਬਹਿਸ ਹੋ ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾ ਰਹੇ ਹਾਂ। ਐਡਵੋਕੇਟ ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ, ਐਡਵੋਕੇਟ ਜਸਤੇਜ ਸਿੰਘ ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ। ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਪਹਿਲਾਂ ਸਵਾਲ ਖੜਿਆਲ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹੂੰਗਾ। ਖੜਿਆਲ ਸਾਹਿਬ, ਤੁਹਾਨੂੰ ਇਹ ਪਤਾ ਹੈ ਕਿ ਮੋਦੀ ਸਰਕਾਰ ਕੋਲ ਨੰਬਰ ਪੂਰੇ ਆ, ਉਸ ਦੇ ਬਾਵਜੂਦ ਤੁਸੀਂ ਇਹ ਮਤਾ ਲਿਆ ਰਹੇ ਹੋ? ਧੰਨਵਾਦ ਜੀ ਜੀ ਸਵਾਲ ਲਈ। ਮੈਨੂੰ ਕਾਈਂਡਲੀ 1.5 ਮਿੰਟ ਅਨਇੰਟਰਪਟਡ ਦੇ ਦਿਓ। ਪਹਿਲੀ ਗੱਲ, ਇਹ ਇਸ਼ੂ ਨੰਬਰਾਂ ਬਾਰੇ ਤਾਂ ਹੈ ਨਹੀਂ, ਇਸ਼ੂ ਹੈਗਾ ਹੈ ਮਨੀਪੁਰ ਦੇ ਲੜਾਈ ਬਾਰੇ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਬਾਰੇ। ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਇਸ਼ੂ ਤੇ ਪਾਰਲੀਮੈਂਟ ਦੇ ਵਿੱਚ ਬੋਲਣਾ ਠੀਕ ਨਹੀਂ ਸਮਝਿਆ, ਮੁਨਾਸਿਬ ਨਹੀਂ ਸਮਝਿਆ। ਇਸ ਗੱਲ ਦੇ ਬਾਵਜੂਦ ਕਿ ਮਨੀਪੁਰ ਚੱਲ ਰਿਹਾ ਤੇ 26 ਪਲੱਸ ਆਪੋਜੀਸ਼ਨ ਪਾਰਟੀਆਂ ਡਿਮਾਂਡ ਕਰ ਰਹੀਆਂ ਦੋ ਚੀਜ਼ਾਂ। ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਤੇ ਬਿਆਨ ਦੇਣ, ਇਸ਼ੂ ਕਰਨ ਸਟੇਟਮੈਂਟ, ਤੇ ਉਸ ਤੋਂ ਬਾਅਦ ਡਿਸਕਸ਼ਨ ਹੋਵੇ। ਇਹ ਪ੍ਰਧਾਨ ਮੰਤਰੀ ਸਾਹਿਬ ਤੇ ਬੀਜੇਪੀ ਸਾਨੂੰ ਇੰਨੀ ਗੱਲ ਦੱਸ ਦੇ ਕਿ ਮੋਦੀ ਸਾਹਿਬ ਦੀ ਰਿਲੈਕਟੈਂਸ ਕਿਉਂ ਹੈ, ਬੋਲਣਾ ਕਿਉਂ ਨਹੀਂ ਚਾਹੁੰਦੇ? 5 ਦਿਨ ਮੌਨਸੂਨ ਸੈਸ਼ਨ ਦੇ ਆਲਰੇਡੀ ਹੋ ਚੁੱਕੇ ਹੈ, ਤੇ ਜੇ ਸਰਕਾਰ ਥੋੜੀ ਬਹੁਤ ਵੀ ਸੰਜੀਦਾ ਹੁੰਦੀ, ਰਿਸਪੌਂਸਿਬਲ ਹੁੰਦੀ, ਅਕਾਊਂਟੇਬਿਲਿਟੀ ਫਿਕਸ ਕਰਦੀ ਹੁੰਦੀ, ਤੇ ਹੁਣ ਤੱਕ ਬਿਆਨ ਆ ਜਾਂਦਾ। ਪਹਿਲਾਂ 77 ਦਿਨ ਨਹੀਂ ਮੋਦੀ ਸਾਹਿਬ ਬੋਲੇ, 1800 ਘੰਟੇ ਨਹੀਂ ਬੋਲੇ, ਤੇ ਉਸ ਤੋਂ ਬਾਅਦ 35 ਸੈਕਿੰਡ ਮਹਿਜ਼ ਉਹਨਾਂ ਨੇ ਮਨੀਪੁਰ ਨੂੰ ਦਿੱਤੇ। ਉਹ 35 ਸੈਕਿੰਡ ਦੇ ਵਿੱਚ ਵੀ ਰਾਜਸਥਾਨ ਤੇ ਛੱਤੀਸਗੜ੍ਹ ਦਾ ਜ਼ਿਕਰ ਕੀਤਾ, ਪੋਲਿਟਿਸਾਈਜੇਸ਼ਨ ਕੀਤੀ, ਰਾਜਨੀਤੀਕਰਨ ਕੀਤਾ। ਫਿਰ ਉਸ ਤੋਂ ਬਾਅਦ ਮੋਦੀ ਸਾਹਿਬ ਇੱਕ ਦਫਾ ਮਨੀਪੁਰ ਨਹੀਂ ਗਏ, ਹਾਲਾਂਕਿ ਉਹਨਾਂ ਕੋਲ ਟਾਈਮ ਸੀਗਾ USA ਜਾਣ ਦਾ, ਇਜਿਪਟ ਜਾਣ ਦਾ, ਆਸਟ੍ਰੇਲੀਆ ਜਾਣ ਦਾ, 3-4 ਦੇਸ਼ ਹੋਰ ਘੁੰਮੇ ਸੀਗੇ, ਲੇਕਿਨ ਆਪਦੇ ਹੀ ਦੇਸ਼ ਦੇ ਵਿੱਚ ਮਨੀਪੁਰ ਚੱਲ ਰਿਹਾ ਸੀਗਾ। ਆਪਦੀ ਰੂਲ ਸਰਕਾਰ ਸੀ ਤੁਹਾਡੀ ਮਨੀਪੁਰ ਦੇ ਵਿੱਚ ਵੀ, ਸੈਂਟਰ ਦੇ ਵਿੱਚ ਵੀ। ਉਹਦੇ ਬਾਵਜੂਦ ਮੋਦੀ ਸਾਹਿਬ ਨੇ ਉੱਥੇ ਜਾਣਾ ਮੁਨਾਸਿਬ ਨਹੀਂ ਸਮਝਿਆ, ਤੇ ਜਦੋਂ ਰਾਹੁਲ ਜੀ ਗਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿੰਨਾ ਰਿਸਟ੍ਰੇਂਟ ਰਾਹੁਲ ਜੀ ਨੂੰ ਰੋਕਣ ਤੇ ਦਿਖਾਇਆ ਇਹਨਾਂ ਨੇ, ਮਨੀਪੁਰ ਸਰਕਾਰ ਨੇ ਉਹਨਾਂ ਰਿਸਟ੍ਰੇਂਟ ਵਾਇਲੈਂਸ ਨੂੰ ਰੋਕਣ ਤੇ ਦਿਖਾਉਂਦੇ ਤਾਂ ਸ਼ਾਇਦ ਇੰਨੇ ਕਤਲ ਨਾ ਹੁੰਦੇ, ਰੇਪਸ ਨਾ ਹੁੰਦੇ, ਡਿਸਪਲੇਸਮੈਂਟਸ ਨਾ ਹੁੰਦੀਆਂ, ਅਸੌਲਟ ਨਾ ਹੁੰਦੇ, ਹੈਰੈਸਮੈਂਟ ਨਾ ਹੁੰਦੀ ਮਹਿਲਾਵਾਂ ਦੀ। ਬੇਟੀ ਬਚਾਓ ਬੇਟੀ ਪੜਾਓ ਤਾਂ ਬੀਜੇਪੀ ਕਹਿੰਦੀ ਹੈ, ਲੇਕਿਨ ਜਦੋਂ when it comes to practicing what they preach, ਤੇ ਸਰਕਾਰ ਨੇ ਇੱਕ ਦਫਾ ਨਹੀਂ ਦੱਸਿਆ ਕਿ ਡਿਲੇ ਪਰਚਾ ਕਰਨ ਦੇ ਵਿੱਚ ਕਿਉਂ ਸੀ 15 ਪਲੱਸ ਦਿਨਾਂ ਦਾ, ਕਿ 60 ਪਲੱਸ ਦਿਨਾਂ ਦਾ ਡਿਲੇ ਕਿਉਂ ਸੀ। ਹੁਣ ਖੜਿਆਲ ਸਾਹਿਬ ਰੁਕ ਜਾਓ ਪਲੀਜ਼, ਖੜਿਆਲ ਸਾਹਿਬ ਰੁਕ ਜਾਓ, 2.5 ਮਿੰਟ ਹੋ ਗਏ ਸਰ ਆਲਰੇਡੀ। ਆਪਾਂ ਲਾਈਨ ਕੰਪਲੀਟ ਕਰ ਲੈਂਦੋ ਜੀ, ਲਾਈਨ ਕੰਪਲੀਟ ਕਰ ਲੈਂਦੋ। ਤੇ 60 ਪਲੱਸ ਦਿਨਾਂ ਦਾ ਡਿਲੇ ਕਿਉਂ ਹੈ ਕਲਪ੍ਰਿਟਸ ਨੂੰ ਅਰੈਸਟ ਕਰਨ ਦੇ ਵਿੱਚ? ਮੋਦੀ ਸਾਹਿਬ ਬੋਲੇ ਕਿਉਂ ਨਹੀਂ? ਮੋਦੀ ਸਾਹਿਬ ਮਨੀਪੁਰ ਗਏ ਕਿਉਂ ਨਹੀਂ? ਤੇ ਹੁਣ ਆਪ ਭਾਰਤੀ ਜਨਤਾ ਪਾਰਟੀ ਦੱਸੇ ਬਾਕੀ ਮੁਲਜ਼ਮ ਕਦ ਤੱਕ ਪੜਨੇ ਹੈ? ਇਸ ਸਵਾਲਾਂ ਦੇ ਜਵਾਬ ਦੇਣ ਤੋਂ ਬੀਜੇਪੀ ਭੱਜ ਰਹੀ ਹੈ, ਕਿਉਂਕਿ ਜਵਾਬ ਹੈ ਨਹੀਂ ਤੇ ਰਿਜ਼ਾਈਨ ਕਰਨ ਪੀਐਮ ਸਾਹਿਬ, ਐਚਐਮ ਸਾਹਿਬ ਤੇ ਸੀਐਮ ਸਾਹਿਬ, ਉਹਨਾਂ ਦੀ ਮਿਸਮੈਨੇਜਮੈਂਟ ਕਰਕੇ। ਠੀਕ ਹੈ, ਹੁਣ ਰੁਕ ਜਾਓ ਪਲੀਜ਼। ਜਸਤੇਜ ਸਿੰਘ, ਆਮ ਆਦਮੀ ਪਾਰਟੀ ਇਸ ਮੂਵ ਦੇ ਨਾਲ ਖੜੀ ਹੈ? ਬਿਲਕੁਲ ਇਹਦੇ 'ਚ ਖੜੀ ਹੈ। ਅਸੀਂ ਕੱਲ ਵੀ ਲਗਾਤਾਰ ਸਪੀਕਰ ਸਾਹਿਬ ਨੂੰ, ਓਮ ਬਿਰਲਾ ਜੀ ਨੂੰ ਇਹਦੇ ਰਿਲੇਟਡ ਐਪਲੀਕੇਸ਼ਨਾਂ ਵੀ ਦਿੱਤੀਆਂ ਐਂਡ ਮੋਸ਼ਨ ਵੀ ਰਾਜ ਸਭਾ ਦੇ ਵਿੱਚ ਦਿੱਤਾ ਸੀਗਾ। ਅਸੀਂ ਧਨਕਰ ਜੀ ਨੂੰ ਦਿੱਤੇ ਸੀਗੇ, ਤੇ ਅਸੀਂ ਇਹਦੇ 'ਚ ਲੋਕ ਸਭਾ ਦੇ ਵਿੱਚ ਹੋਵੇ ਜਾਂ ਭਾਵੇਂ ਰਾਜ ਸਭਾ ਦੇ ਵਿੱਚ ਤਾਂ ਚਲੋ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਨਹੀਂ ਹੈ,
ਬਟ ਅਸੀਂ ਬਾਰ-ਬਾਰ ਐਡਜਰਨਮੈਂਟ ਜਿਹੜੇ ਮੋਸ਼ਨ ਹੈ ਉਹ ਦਿੱਤੇ ਹੈ ਰਾਜ ਸਭਾ ਦੇ ਵਿੱਚ ਇਸ ਮੁੱਦੇ ਦੇ ਉੱਪਰ। ਤੇ ਜਿਹੜੇ ਐਡਜਰਨਮੈਂਟ ਮੋਸ਼ਨ ਹੈ ਉਹ ਦੇਖਣ ਵਾਲੀ ਗੱਲ ਹੈ ਕਿ ਇਹ ਸਮਝਣ ਵਾਲੀ ਗੱਲ ਹੈ ਕਿ ਵੀ ਉਹ ਹੈ ਆਰਟੀਕਲ ਆਪਣਾ ਰੂਲ 267 ਦੇ ਵਿੱਚ। ਪਰ ਜਿੰਨੀ ਵਾਰੀ ਵੀ ਜਿਹੜੇ ਐਡਜਰਨਮੈਂਟ ਮੋਸ਼ਨ ਦਿੱਤੇ ਗਏ ਸੀਗੇ ਉੱਥੇ ਬਾਰ-ਬਾਰ ਜਿਹੜੇ ਧਨਕਰ ਜੀ ਨੇ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਐਡਜਰਨਮੈਂਟ ਮੋਸ਼ਨ ਖਾਰਜ ਕਰਤੇ। ਹਾਲਾਂਕਿ ਉਹ ਕਹਿੰਦੇ ਸੀਗੇ ਵੀ ਅੰਡਰ ਰੂਲ 167 ਉਹਨਾਂ ਦਾ ਇਹ ਕਹਿਣਾ ਸੀ ਵੀ ਅੱਧੇ ਘੰਟੇ ਵਾਸਤੇ ਉਹ ਇਹਦੇ ਉੱਪਰ ਬਹਿਸ ਕਰਨ ਨੂੰ ਤਿਆਰ ਨੇ। ਸੋ ਤੁਸੀਂ ਦੇਖੋ ਇੰਨਾ ਸੰਗੀਨ ਮੁੱਦਾ ਹੈ, ਠੀਕ ਹੈ ਨਾ, ਪਰ ਉਹਦੇ ਉੱਪਰ ਜੋ ਹੈ ਤੁਸੀਂ ਦੇਖੋ ਰੂਲਿੰਗ ਪਾਰਟੀ ਭੱਜਦੀ ਨਜ਼ਰ ਆ ਰਹੀ। ਜਿਵੇਂ ਇੱਥੇ ਗੱਲ ਹੋ ਰਹੀ ਸੀਗੀ ਮੋਦੀ ਜੀ ਇਸ ਦੌਰਾਨ ਮਈ ਜੂਨ ਤੇ ਜੁਲਾਈ ਦੇ ਦੌਰਾਨ 8 ਦੇਸ਼ਾਂ ਦੇ ਵਿੱਚ ਗਏ ਹੈ। 8 ਦੇਸ਼ਾਂ ਦੇ ਵਿੱਚ ਫਰਾਂਸ ਹੋ ਗਿਆ ਜਾਂ ਭਾਵੇਂ ਪਾਪਾ ਗਿਨੀਆ ਵੀ ਹੋ ਆਏ, ਸਾਰੇ ਪਾਸੇ ਹੋ ਆਏ, ਪਰ ਇਹਨਾਂ ਨੇ ਇੱਕ ਵਾਰੀ ਇੱਕ ਵੀ ਸ਼ਬਦ ਨਹੀਂ ਆਪਣੇ ਮੂੰਹੋਂ ਕੱਢਿਆ। ਕਦੋਂ ਬੋਲੇ? ਜਦੋਂ ਸੁਪਰੀਮ ਕੋਰਟ ਨੇ ਹਾਰ ਕੇ ਸਾਫ਼ ਕਿਹਾ ਕਿ ਜੇ ਇਹ ਕੰਟਰੋਲ ਨਹੀਂ ਕਰਦੇ ਮਨੀਪੁਰ ਦੇ ਹਾਲਾਤ ਨੂੰ ਤਾਂ ਸੁਪਰੀਮ ਕੋਰਟ ਇੰਟਰਜੈਕਟ ਕਰੇਗੀ। ਪਰ ਉਸ ਤੋਂ ਬਾਅਦ ਵੀ ਜਦੋਂ ਆ ਕੇ ਬੋਲੇ ਹੈ ਉਹਦੇ 'ਚ ਤੁਸੀਂ ਦੇਖੋ ਵਟਬਾਊਟਰੀ ਸ਼ੁਰੂ ਕਰਤੀ ਕਿ ਵੀ ਮਨੀਪੁਰ ਤੇ ਘੱਟ ਬੋਲੇ ਹੈ, ਬਾਕੀ ਰਾਜਾਂ ਦੇ ਉੱਪਰ ਇਹ ਬੋਲਣਾ ਸ਼ੁਰੂ ਹੋ ਗਏ, ਜੋ ਸਾਫ਼ ਇਹਨਾਂ ਨੂੰ ਬੇਨਕਾਬ ਕਰਦਾ ਹੈ ਕਿ ਮਨੀਪੁਰ ਦੇ ਜਿਹੜੇ ਹਾਲਾਤ ਹੋਏ ਹੈ ਜਾਂ ਪੈਦਾ ਕੀਤੇ ਗਏ ਹੈ ਉਹ ਭਾਜਪਾ ਦੀ ਰੂਲਿੰਗ ਪਾਰਟੀ ਨੇ 2024 ਦੀ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਉੱਥੇ ਜਿਹੜੇ ਤੇਲ ਦੇ ਖੂਹ ਜਿਹੜੇ ਟ੍ਰਾਈਬਲ ਏਰੀਆਜ਼ ਦੇ ਵਿੱਚ ਉਹਨਾਂ ਦੀ ਜ਼ਮੀਨਾਂ ਦੇ ਥੱਲੇ ਹੈਗੇ ਹੈ, ਉਹ ਕੋਈ ਇੱਕ ਸਾਜ਼ਿਸ਼ ਦੇ ਤਹਿਤ ਉੱਥੇ ਮਨੀਪੁਰ ਦੇ ਵਿੱਚ ਜਿਹੜਾ ਵਾਇਲੈਂਸ ਹੈ ਉਹ ਪਰਪੇਟਰੇਟ ਵੀ ਕੀਤਾ ਗਿਆ, ਇਨਸਟੀਗੇਟ ਵੀ ਕੀਤਾ ਗਿਆ ਤੇ ਉਹਨੂੰ ਅੱਗੇ ਵਧਾਵਾ ਵੀ ਦਿੱਤਾ ਗਿਆ। ਠੀਕ ਹੈ ਜੀ। ਪਰ ਇਹ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ, ਜੇ ਅਸੀਂ ਉਹ ਦੇਖੀਏ ਤੇ ਇਹਦੇ ਜ਼ਰੀਏ ਘੱਟੋ ਘੱਟ ਮੋਦੀ ਜੀ ਆ ਕੇ ਕੁਝ ਬੋਲਣਗੇ ਤਾਂ ਸਹੀ ਨਾ। ਚਲੋ ਠੀਕ ਹੈ, ਤੁਹਾਨੂੰ ਲੱਗਦਾ ਚੁੱਪੀ ਧਾਰ ਕੇ ਤੁਹਾਨੂੰ ਲੱਗਦਾ ਕਿ ਕੁਝ ਮਨੀਪੁਰ ਦੇ ਬਾਰੇ ਬੋਲਣਗੇ ਤਾਂ ਸਹੀ। ਤੁਹਾਨੂੰ ਲੱਗਦਾ ਮਿਸਟਰ ਮੋਦੀ, ਤੁਹਾਨੂੰ ਲੱਗਦਾ ਜਸਤੇਜ ਜੀ ਸਰ ਸਵਾਲ ਤਾਂ ਸੁਣ ਲਓ ਜਸਤੇਜ ਜੀ, ਤੁਹਾਨੂੰ ਲੱਗਦਾ ਕਿ ਮਿਸਟਰ ਮੋਦੀ ਹੁਣ ਬੋਲ ਪੈਣਗੇ ਜਿਹੜਾ ਮੂਵ ਤੁਸੀਂ ਲੋਕਾਂ ਨੇ ਕੀਤਾ ਸਾਰਿਆਂ ਨੇ? ਕਿਉਂਕਿ ਨੋ ਕੌਨਫੀਡੈਂਸ ਮੋਸ਼ਨ ਜੋ ਹੈ ਸਪੈਸੀਫਿਕਲੀ ਮਨੀਪੁਰ ਦੇ ਰਿਲੇਟਡ ਹੈ। ਹੁਣ ਮਨੀਪੁਰ ਦੇ ਉੱਪਰ ਇੱਥੇ ਦੇਖੋ ਹਜੇ ਤੱਕ ਵੀ ਇਹਨਾਂ ਦਾ ਜੋ ਚਾਲਾਂ ਨੇ, ਜੋ ਇਹਨਾਂ ਦਾ ਸਟੈਂਡ ਹੈ ਉਹ ਬੇਨਕਾਬ ਹੋਇਆ। ਹੁਣ ਉਹ ਬੇਨਕਾਬੀ ਅਸੀਂ ਲੋਕ ਸਭਾ 'ਚ ਦੇਖਾਂਗੇ। ਚਲੋ ਠੀਕ ਹੈ, ਇੱਕ ਮਿੰਟ ਰੁਕ ਜਾਓ ਜਸਤੇਜ ਮੈਂ ਵਾਪਸ ਆ ਜਾਵਾਂ। ਹਰਜੀਤ ਸਿੰਘ ਭੁੱਲਰ, ਤੁਹਾਡੀ ਪਾਰਟੀ ਇਸ ਨੋ ਕੌਨਫੀਡੈਂਸ ਮੋਸ਼ਨ ਦੇ ਨਾਲ ਖੜੀ ਹੈ ਜਾਂ ਉਲਟ ਖੜੀ ਹੈ? ਸਰ ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕੇਪੀ ਜੀ ਕਿ ਜਿੰਨੀ ਓਪੋਜੀਸ਼ਨ ਲਾ ਲਓ, ਚਾਹੇ ਤੁਸੀਂ ਜਿਹੜੇ ਮੌਜੂਦਾ ਸਰਕਾਰ ਹੈ ਉਹ ਲਾ ਲਓ, ਤੁਸੀਂ ਉਹਨਾਂ ਨੇ ਹੀ ਮਿਲ ਕੇ ਹਿੰਦੁਸਤਾਨ ਦੇ ਲੋਕਾਂ ਦਾ ਟਾਈਮ ਖਰਾਬ ਕੀਤਾ, ਪੈਸਾ ਖਰਾਬ ਕੀਤਾ ਟੈਕਸ ਦਾ। ਜਿਸ ਤਰੀਕੇ ਨਾਲ ਚੱਲ ਰਿਹਾ ਸਾਰਾ ਕੁਝ, ਇਕੱਲਾ ਇੱਕ ਮਣੀਪੁਰ ਇਸ਼ੂ ਨਹੀਂ ਹੈ, ਇਸ਼ੂ ਬਹੁਤ ਸਾਰੇ ਹੈਗੇ। ਅਗਰ ਓਪੋਜੀਸ਼ਨ ਚੱਕਣਾ ਚਾਹੁੰਦੀ ਉਹਦੇ ਨਾਲ ਹੋਰ ਵੀ ਡਿਸਕਸ ਕੀਤੇ ਜਾ ਸਕਦੇ ਸੀਗੇ। ਪੰਜਾਬ ਦੇ ਬੜੇ ਇਸ਼ੂ ਹੈਗੇ ਜਿਹੜੇ ਪੰਜਾਬ ਦੇ ਇਸ਼ੂ ਡਿਸਕਸ ਕੀਤੇ ਜਾ ਸਕਦੇ ਸੀਗੇ, ਲੇਕਿਨ ਸਿਰਫ ਔਰ ਸਿਰਫ ਦੋਨੋਂ ਪਾਰਟੀਆਂ ਜਿਹੜੀਆਂ ਨੇ, ਦੋਨੋਂ ਜਿਹੜੇ ਧੜੇ ਨੇ, ਇਹ ਸਿਰਫ ਮਸਲ ਪਾਵਰ ਦੀ ਉੱਥੇ ਆਪਣੀ ਲੜਾਈ ਦੇ ਵਿੱਚ ਲੱਗੇ ਹੋਏ ਨੇ। ਇਹ ਆਪਰੇਸ਼ਨ ਦਾ ਉੱਥੇ ਕੋਈ ਇਹਨਾਂ ਨੂੰ ਪਤਾ ਵੀ ਅਸੀਂ ਉੱਥੇ ਮੂੰਹ ਦੀ ਖਾਣੀ ਹੈ, ਲੇਕਿਨ ਸਿਰਫ ਔਰ ਸਿਰਫ ਕਾਂਗਰਸ ਜਿਹੜੀ ਹੈ ਜਾਂ ਇਹਦੇ ਨਾਲ ਜਿਹੜੀਆਂ ਮਿਲੀਆਂ ਹੋਈਆਂ ਪਾਰਟੀਆਂ ਨੇ ਉਹ ਇਹ ਦੇਖਣਾ ਚਾਹੁੰਦੀਆਂ ਵੀ ਸਾਡੇ ਨਾਲ ਬੰਦੇ ਕਿੰਨੇ ਸਾਡੇ ਨਾਲ ਹੈ ਵੀ ਹੈ ਕਿ ਅਸੀਂ ਐਵੇਂ ਛਾਲਾ ਮਾਰੀ ਜਾਂਦੇ ਆ। ਔਰ ਆਮ ਆਦਮੀ ਪਾਰਟੀ ਤੇ ਤੁਹਾਨੂੰ ਪਤਾ ਹੀ ਹੈ ਵੀ ਪਤਾ ਨਹੀਂ ਇਹਦਾ ਲਾਸਟ ਮਿੰਟ ਤੇ ਕਿੱਧਰ ਨੂੰ ਜਾਣਾ, ਕੀ ਬਣਨਾ ਹੈ। ਲੇਕਿਨ ਅਗਰ ਅੱਜ ਦੀ ਤਰੀਕ 'ਚ ਦੇਖਿਆ ਜਾਵੇ ਜੋ ਪੰਜਾਬ ਦੇ ਹਾਲਾਤ ਨੇ ਉਹ ਵੀ ਕੋਈ ਬਹੁਤ ਵਧੀਆ ਨਹੀਂ ਹੈ। ਚਾਹੇ ਉਹ ਡਰੱਗਸ ਨੂੰ ਲੈ ਲਈਏ, ਚਾਹੇ ਉਹ ਗੁੰਡਾਗਰਦੀ ਨੂੰ ਲੈ ਲਈਏ, ਚਾਹੇ ਉਹ ਭੁੱਲਰ ਸਾਹਿਬ ਆਪਾਂ ਇਸ ਟੌਪਿਕ ਤੇ ਰਹੀਏ। ਭੁੱਲਰ ਸਾਹਿਬ ਤੁਸੀਂ ਇਹਦਾ ਵਿਰੋਧ ਕਰਦੇ ਹੋ? ਸਰ ਸਿੱਧੇ ਸ਼ਬਦਾਂ ਵਿੱਚ ਦੱਸੋ ਨਾ, ਵਿਰੋਧ ਕਰਦੇ ਹੋ ਤੁਸੀਂ ਜੋ ਕਾਂਗਰਸ ਤੇ ਆਮ ਆਦਮੀ ਪਾਰਟੀ ਕਰ ਰਹੀ, ਤੁਸੀਂ ਵਿਰੋਧ ਕਰਦੇ ਹੋ? ਸਰ ਗੱਲ ਇਸ ਤਰ੍ਹਾਂ ਹੈ, ਮੈਂ ਤੁਹਾਨੂੰ ਕੀ ਕਿਹਾ ਜੀ ਕਿ ਅਸੀਂ ਨਾ ਇਹਨਾਂ ਦੀ ਫੇਵਰ 'ਚ ਹੈ ਨਾ ਇਹਨਾਂ ਦੇ ਵਿਰੋਧ 'ਚ ਹੈ। ਅਸੀਂ ਤਾਂ ਸਿਰਫ ਇਹਨਾਂ ਦਾ ਤਮਾਸ਼ਾ ਦੇਖ ਰਹੇ ਹਾਂ ਕਿ ਦੋਨੋਂ ਰਲ ਕੇ ਕਿਸ ਤਰੀਕੇ ਨਾਲ ਹਿੰਦੁਸਤਾਨ ਦੇ ਇੱਕ ਮਿੰਟ ਪਲੀਜ਼ ਭੁੱਲਰ ਸਾਹਿਬ ਤੁਸੀਂ ਇਹਨਾਂ ਨੂੰ ਤਮਾਸ਼ਾ ਕਹਿਤਾ, ਜੋ ਮੋਦੀ ਸਰਕਾਰ ਕਰਦੀ ਵੀ, ਕੇਂਦਰ ਸਰਕਾਰ ਕਰਦੀ ਵੀ, ਉਹਨਾਂ ਦੀ ਫੇਵਰ ਕਰਦੇ ਹੋ ਤੁਸੀਂ? ਮੈਂ ਜਿਹੜੀ ਗੱਲ ਕਹੀ ਹੈ ਜੀ, ਮੈਂ ਤਾਂ ਦੋਨਾਂ ਦੀ ਗੱਲ ਕਰ ਰਿਹਾ ਕਿ ਦੋਨੋਂ ਹੀ ਤਮਾਸ਼ਾ ਬਣਾ ਕੇ ਬੈਠੇ ਨੇ ਪਾਰਲੀਮੈਂਟ ਦਾ। ਚਲੋ ਸਰ ਮਣੀਪੁਰ ਦੇ ਉੱਤੇ ਜੋ ਕੁਝ ਹੋਇਆ ਕਿ ਬੀਜੇਪੀ ਦੀ ਉਹਦੇ 'ਚ ਅਣਗਹਿਲੀ ਹੈ, ਲਾਪਰਵਾਹੀ ਹੈ, ਬੀਜੇਪੀ ਨੇ ਕਰਵਾਇਆ?
ਭੁੱਲਰ ਸਾਹਿਬ ਅਕਾਲੀ ਦਲ ਦਾ ਸਟੈਂਡ? ਪੰਜਾਬ ਜੋ ਰਿਹਾ, ਪੰਜਾਬ ਦੇ ਵਿੱਚ ਵੀ ਨਿਕਲ ਲਈ ਹੈ ਜਿਹੜੀ ਮੌਜੂਦਾ ਸਰਕਾਰ ਆ ਉਹਦੀ। ਚਲੋ ਤੁਸੀਂ ਮੈਨੂੰ ਲੱਗਦਾ ਇਸ਼ੂ ਤੇ ਹੋਣਾ ਨਹੀਂਗਾ। ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਉਂਗਾ। ਬੇਭਰੋਸਗੀ ਮਤੇ ਦਾ ਮਕਸਦ ਕੀ, ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੀਜੇਪੀ ਦੇ ਸਪੋਕਸਪਰਸਨ ਦਾ ਅਸੀਂ ਟੇਕ ਲੈਣਾ, ਵਾਪਸ ਆ ਰਹੇ ਹਾਂ। एक और फिर थोड़ा स्वागत करते हैं। बड़ा सवाल ਅਸੀਂ ਇਹ ਪੁੱਛ ਰਹੇ देश की संसद च बेभरोसगी मते वाली नौबत आई क्यों? मिस्टर खड़ाल एक मिनट में आ रहा हैं। लकेश नारंग जी, ਨਾਰੰਗ ਸਾਹਿਬ, ਮੋਦੀ ਸਾਹਿਬ ਨੂੰ ਬਲਵਾਉਣ ਦੇ ਲਈ ਵਿਰੋਧੀ ਧਿਰਾਂ ਨੂੰ ਐਡੀ ਵੱਡੀ ਐਕਸਰਸਾਈਜ਼ ਕਰਨੀ ਪੈ ਰਹੀ ਹੈ ਸਰ। ਇਹਦਾ ਮੈਸੇਜ ਬਹੁਤ ਵੱਡਾ ਜਾਣਾ ਨਾਰੰਗ ਸਾਹਿਬ, ਜੇ ਮੋਦੀ ਸਾਹਿਬ ਸਦਨ ਵਿੱਚ ਇਹ ਬਿਆਨ ਦਿੰਦੇ ਆ ਤਾਂ। देखो केपी जी, इस तरह है, मणिपुर ਦੇ ਵਿੱਚ ਜੋ ਵੀ ਹੋਇਆ ਉਹ ਬੜਾ ਸ਼ਰਮਨਾਕ ਹੈ। ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਵਕਤਾ ਹੋਣ ਦੇ ਨਾਤੇ ਉਹ ਨਹੀਂ ਦਿੰਦਾ, ਔਰ ਇਹਦੇ ਲਈ ਇਹਨਾਂ ਨੂੰ ਸਦਨ 'ਚ ਚਰਚਾ ਲਈ ਬੁਲਾਇਆ ਗਿਆ, ਪਰ ਇਹਨਾਂ ਨੇ ਉਹਦੇ ਲਈ ਨੋ ਕੌਨਫੀਡੈਂਸ ਮੋਸ਼ਨ ਦਿੱਤਾ। ਉਹਦੇ ਸਪੀਕਰ ਸਾਹਿਬ ਨੇ ਜਿਹੜਾ ਹੈਗਾ ਵਾ ਖੜਿਆਲ ਜੀ ਵਿੱਚ ਬੋਲੀ, ਕੋਈ ਗੱਲ ਨਹੀਂ, ਤੁਹਾਨੂੰ ਟਾਈਮ ਮਿਲਣਾ ਹੀ ਆ, ਟਾਈਮ ਮਿਲਣਾ ਤੁਹਾਨੂੰ। ਨਹੀਂ ਮੈਂ ਵਿੱਚ ਨਹੀਂ ਬੋਲ ਰਿਹਾ, ਨਹੀਂ ਮੈਂ ਕਿਹਾ ਵਿੱਚ ਉਂਗਲੀ ਨਾ ਕਰੋ, ਉਂਗਲੀ ਨਾ ਕਰੋ, ਕੋਈ ਨਹੀਂ, ਤੁਹਾਨੂੰ ਟਾਈਮ ਮਿਲੂਗਾ। ਨਹੀਂ ਇਹ ਤਾਂ ਮੇਰਾ ਹੱਕ ਹੈ ਨਾਰੰਗ ਸਾਹਿਬ, ਇਹ ਤਾਂ ਮੈਂ ਕਰੂੰਗਾ ਜੀ। ਗੱਲ ਤਾਂ ਕਰਨ ਦਿਓ ਨਾ ਫਿਰ। ਹਾਂ ਬੋਲੋ ਨਾਰੰਗ ਸਾਹਿਬ, ਤੁਸੀਂ ਆਪਸ 'ਚ ਨਾ ਉਲਝੋ ਸਰ, ਮੈਂ ਉਲਝਾ ਲੂੰਗਾ, ਮੈਨੂੰ ਪਤਾ ਕਦੋਂ ਉਲਝਾਉਣਾ ਤੁਹਾਨੂੰ। ਬੋਲੋ ਨਾਰੰਗ ਸਾਹਿਬ। ਤਾਂ ਕੇਪੀ ਜੀ, ਜਦੋਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਅਵਿਸ਼ਵਾਸ ਪ੍ਰਸਤਾਵ ਲੈ ਆਂਦਾ, ਸਪੀਕਰ ਸਾਹਿਬ ਨੇ ਉਹਨੂੰ ਮੰਨ ਲਿਆ, ਉਹਦੇ ਤੇ ਚਰਚਾ ਹੋਊਗੀ, ਚਰਚਾ 'ਚ ਸਭ ਕੁਝ ਹੋ ਜਾਊਗੀ, ਉਹਦੇ 'ਚ ਸਰਕਾਰ ਦਾ ਵਿਊ ਪੁਆਇੰਟ ਵੀ ਆ ਜਾਊਗਾ ਤੇ ਇਹਨਾਂ ਦਾ ਵੀ ਆ ਜਾਊਗਾ। ਨਾਰੰਗ ਸਾਹਿਬ ਵਿੱਚ ਮੁੱਦਾ ਹੋਰ ਹੈ। ਨਾਰੰਗ ਸਾਹਿਬ, ਮੈਂ ਤੁਹਾਨੂੰ ਸੁਣਨਾ ਸਰ, ਹੁਣ ਪਹਿਲਾਂ ਜਵਾਬ ਦੇ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਪੂਰਾ ਸੁਣਨਾ। ਨਾਰੰਗ ਸਾਹਿਬ ਮੈਂ ਤੁਹਾਨੂੰ ਪੂਰਾ ਸੁਣੂਗਾ, ਨਾਰੰਗ ਸਾਹਿਬ ਪੂਰਾ ਸੁਣੂਗਾ ਤੁਹਾਨੂੰ, ਚਿੰਤਾ ਨਾ ਕਰੋ ਸਰ। ਨਾਰੰਗ ਸਾਹਿਬ ਸਵਾਲ ਇਹ ਹੈ, ਚਰਚਾ ਤੁਸੀਂ ਕਹਿ ਰਹੇ ਹੋ, ਚਰਚਾ ਕਰਨ ਲਈ ਅਸੀਂ ਤਿਆਰ ਹੈ, ਪਰ ਉਹ ਕਹਿੰਦੇ ਪੀਐਮ ਬਿਆਨ ਦੇਣ ਸਰ, ਤੇ ਨਾਲੇ ਚਰਚਾ ਜਿਹੜਾ ਉਹਦਾ ਅਨਲਿਮਿਟਿਡ ਰੱਖਿਆ ਜਾਵੇ ਸਰ, ਬਹਿਸ ਅਨਲਿਮਿਟਿਡ ਰੱਖੀ ਜਾਵੇ, ਇਹ ਸਵਾਲ ਹੈ ਨਾਰੰਗ ਸਾਹਿਬ। ਦੇਖੋ ਸਰ, ਇਹ ਜਿਹੜਾ ਪ੍ਰੈਰੋਗੇਟਿਵ ਹੈ ਸਪੀਕਰ ਸਾਹਿਬ ਦਾ ਹੁੰਦਾ, ਖੜਿਆਲ ਸਾਹਿਬ ਨੂੰ ਵੀ ਪਤਾ, ਜਸਤੇਜ ਸਿੰਘ ਅਰੋੜਾ ਜੀ ਨੂੰ ਵੀ ਪਤਾ, ਦੋਨੋਂ ਸ਼ਾਇਦ ਸੰਵਿਧਾਨ ਦੇ ਅੱਛੇ ਤਰੀਕੇ ਨਾਲ ਮੇਰੇ ਤੋਂ ਵੱਧ ਮਾਹਰ ਨੇ। ਤੇ ਜਦੋਂ ਚਰਚਾ ਹੋਏਗੀ, ਚਰਚਾ 'ਚ ਸਰਕਾਰ ਜਵਾਬ ਵੀ ਦੇਗੀ, ਸਰਕਾਰ ਦੇ ਨੁਮਾਇੰਦੇ ਜਵਾਬ ਵੀ ਦੇਣਗੇ, ਪ੍ਰਧਾਨ ਮੰਤਰੀ ਜੀ ਵੀ ਜਵਾਬ ਵੀ ਦੇ ਸਕਦੇ ਨੇ, ਗ੍ਰਹਿ ਮੰਤਰੀ ਜੀ ਵੀ ਦੇ ਸਕਦੇ ਨੇ, ਹੋਰ ਕੋਈ ਨੇਤਾ ਵੀ ਦੇ ਸਕਦਾ। ਜਦੋਂ ਤੇ ਚਰਚਾ ਹੋ ਰਹੀ ਆ, ਹੁਣ ਗੱਲ ਜਿਹੜੀ ਸਮਝਣ ਵਾਲੀ ਹੈ ਕੇਪੀ ਜੀ ਇਹ ਹੈ ਕਿ ਮੌਨਸੂਨ ਸੈਸ਼ਨ ਚੱਲ ਰਿਹਾ, ਉਹ 'ਚ ਕਈ ਜ਼ਰੂਰੀ ਕੰਮ ਹੋਣੇ ਨੇ, ਕਈ ਬਿੱਲ ਪਾਸ ਹੋਣੇ ਨੇ, ਕਈ ਆਪਣਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਪ੍ਰੋਗਰੈਸ ਆਪਣਾ ਅੱਗੇ ਵਧਣ ਦੇ ਕਈ ਹੋਰ ਏਜੰਡੇ ਪਾਸ ਹੋਣੇ ਹੋ ਸਕਦੇ ਨੇ, ਪਰ ਇਸ ਬੇਫਜ਼ੂਲ, ਕਿਉਂਕਿ ਇਹਨਾਂ ਨੂੰ ਪਤਾ ਵਾ ਨੋ ਕੌਨਫੀਡੈਂਸ ਮੋਸ਼ਨ ਲਈ ਇਹਨਾਂ ਕੋਈ ਨੰਬਰ ਨਹੀਂ ਹੈਗੇ, ਪਰ ਫਿਰ ਵੀ ਆਪਾਂ ਇਸ ਨੂੰ ਇਹ ਕਰਨਾ ਚਾਹੁੰਦੇ ਆ ਤਾਂ ਕਿ ਸਰਕਾਰ ਦੇ ਜਿਹੜੇ ਸੰਸਦ ਦੇ ਦੂਸਰੇ ਕੰਮ ਆ ਉਹ ਨਾ ਹੋ ਸਕਣ। ਹੁਣ ਗੱਲ ਇਹ ਆ ਕਿ ਚਰਚਾ ਕਿਆ ਰਾਜਸਥਾਨ ਤੇ ਨਹੀਂ ਹੋਣੀ ਚਾਹੀਦੀ, ਕਿਆ ਚਰਚਾ ਵੈਸਟ ਬੰਗਾਲ ਤੇ ਨਹੀਂ ਹੋਣੀ ਚਾਹੀਦੀ? ਕੱਲ ਦੇ ਪੰਜਾਬ ਕੇਸਰੀ ਦੀ ਹੈਡਲਾਈਨ ਤੇ ਸੀਗਾ ਕਿ ਫਰੰਟ ਪੇਜ ਤੇ ਕਿ ਮਣੀਪੁਰ ਵਰਗਾ ਸੇਮ ਇਨਸੀਡੈਂਟ, ਸੇਮ ਲੇਡੀ ਵਾਲਾ ਇਨਸੀਡੈਂਟ ਵੈਸਟ ਬੰਗਾਲ 'ਚ ਹੋਇਆ। ਹੁਣ ਉੱਥੇ ਇਹ ਬੋਲ ਰਹੇ ਨਹੀਂ, ਕਿਉਂਕਿ ਦੋਨਾਂ ਦੇ ਜਿਹੜੇ ਭਾਈਵਾਲ ਤੀਸਰੇ ਆ TMC, ਉਹਨਾਂ ਦੀ ਉੱਥੇ ਸਰਕਾਰ ਆ। ਛੱਤੀਸਗੜ੍ਹ ਦੇ ਵਿੱਚ ਹੋ ਰਿਹਾ, ਉੱਥੇ ਨਹੀਂ ਬੋਲਣਗੇ ਕਿਉਂਕਿ ਉੱਥੇ ਖੜਿਆਲ ਜੀ ਦੀ ਪਾਰਟੀ ਦੀ ਸਰਕਾਰ ਆ। ਰਾਜਸਥਾਨ ਦੇ ਵਿੱਚ ਹੋ ਰਿਹਾ, ਉੱਥੇ ਨਹੀਂ ਬੋਲਿਆ ਜਾਏਗਾ ਕਿਉਂਕਿ ਖੜਿਆਲ ਜੀ ਦੀ ਪਾਰਟੀ ਦੀ ਸਰਕਾਰ ਆ। ਗੱਲ ਇਹ ਆ ਕਿ ਜਿਹੜੀ ਗੱਲ ਇਹ ਕਰਦੇ ਨੇ ਦੋਨੋਂ ਜਣੇ ਮਿਲ ਕੇ, ਪੰਜਾਬ ਬਾੜ 'ਚ ਡੁੱਬਿਆ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਪੰਚਕੂਲੇ 'ਚ ਪੋਲੀਟੀਕਲ ਰੈਲੀ ਕਰ ਰਹੇ ਆ, ਭਗਵੰਤ ਮਾਨ ਨੂੰ ਆਪਣੇ ਹੈਲੀਕਾਪਟਰ 'ਚ ਕੇਜਰੀਵਾਲ ਸਾਹਿਬ ਨੂੰ ਘੁਮਾ ਰਹੇ ਆ। ਕਿਆ ਉਹ ਪੈਸੇ ਦੀ ਬਰਬਾਦੀ ਨਹੀਂ ਹੈ? ਪੈਸੇ ਦੀ ਬਰਬਾਦੀ, ਸਟੇਟ ਦੇ ਲਾਅ ਐਂਡ ਆਰਡਰ ਦੀ ਬਰਬਾਦੀ, ਹਰ ਚੀਜ਼ ਨੂੰ ਤਾਕ ਤੇ ਰੱਖ ਕੇ। ਨਾਰਾ ਸਾਹਿਬ ਆਪਾਂ ਕੰਪੈਰੀਜ਼ਨ ਕਰਾਂਗੇ ਸਰ, ਜੋ ਮਣੀਪੁਰ ਵਿੱਚ ਹੋਇਆ ਉਹਦਾ ਕੰਪੈਰੀਜ਼ਨ ਆਪਾਂ ਛੱਤੀਸਗੜ੍ਹ ਨਾਲ ਕਰਾਂਗੇ, ਵੈਸਟ ਬੰਗਾਲ ਨਾਲ ਕਰਾਂਗੇ ਸਰ। ਜੇ ਇੱਕ ਮਿੰਟ ਸਰ ਸੁਣ ਤਾਂ ਲਓ ਨਾਰਾ ਸਾਹਿਬ, ਜੇ ਇੱਕ ਗਲਤ ਹੈ ਤੁਸੀਂ ਆਪਦੇ ਆਪ ਨੂੰ ਸਹੀ ਠਹਿਰਾਓਗੇ ਸਰ? ਨਾਰਾ ਸਾਹਿਬ ਮੈਂ ਕਹਿ ਰਿਹਾ ਜੋ ਉੱਥੇ ਹੋਇਆ ਬਹੁਤ ਮੰਦਭਾਗਾ ਹੋਇਆ, ਜਿਹੜਾ ਹੋਵੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ, ਪਰ ਜੇ ਤੁਸੀਂ ਡਿਬੇਟ ਦੀ ਗੱਲ ਕਰਦੇ ਹੋ, ਜਦ ਆਪਾਂ ਡਿਬੇਟ ਤੇ ਬੈਠ ਕੇ ਦੂਸਰੀ ਪਾਰਟੀਆਂ ਨੂੰ ਕੋਸਦੇ ਆ ਤਾਂ ਆਪਣੇ ਆਪ ਦੇ ਵਿੱਚ ਵੀ ਪਹਿਲਾਂ ਝਾਤੀ ਮਾਰ ਲੈਣੀ ਚਾਹੀਦੀ ਹੈ। ਜਸਤੇਜ ਜੀ ਨੂੰ ਪਹਿਲਾਂ ਇਹ ਪੁੱਛੋ ਕਿ ਕਿਆ ਇਹ ਆਪਣੇ ਇੱਥੇ ਗਵਰਨਰ ਸਾਹਿਬ, ਮੁੱਖ ਮੰਤਰੀ ਸਾਹਿਬ ਨੂੰ ਆਰਟੀਕਲ 167 ਤਾਂ ਦੱਸ ਨਹੀਂ ਸਕੇ ਕਿ ਇਹ ਬਾਉਂਡ ਨੇ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦੇਣ ਲਈ, ਤੇ ਦੂਸਰੀ ਸਟੇਟਾਂ 'ਚ ਪੈਰੋਕਾਰੀ ਕਰਨ ਚੱਲੇ ਨੇ। ਇਹਨਾਂ ਦਿੱਲੀ ਮਹਿਲਾ ਆਯੋਗ ਦੇ ਅਧਿਕਸ਼ ਜੇ ਨਹੀਂ ਉਹਨੂੰ ਸੰਵਿਧਾਨ ਦੀ ਨੌਲੇਜ ਹੈ ਤਾਂ ਆ ਕੇ ਭਗਵੰਤ ਮਾਨ ਸਾਹਿਬ ਨੂੰ ਕੋਈ ਸੰਵਿਧਾਨ ਦੱਸੇ ਕਿ ਤੂੰ ਆਰਟੀਕਲ 167 ਤੈਨੂੰ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਯੂ ਆਰ ਡਿਊਟੀ ਬਾਉਂਡ ਟੂ ਗਿਵ ਇਨਫੋਰਮੇਸ਼ਨ। ਤੁਸੀਂ ਸੁਪਰੀਮ ਕੋਰਟ ਦੇ ਆਰਡਰ ਦੀ ਕੋਈ ਵਾਇਓਲੇਸ਼ਨ ਕਰੋ, ਕੰਟੈਂਪਟ ਕਰੋ, ਤੁਸੀਂ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਨਾ ਕਰੋ, ਦੂਸਰਿਆਂ ਤੇ ਤੁਸੀਂ ਸਵਾਲ ਚੁੱਕਣ ਚਲੇ ਜੋ। ਮੈਂ ਤਾਂ ਕਹਿ ਰਿਹਾ ਜੋ ਮਣੀਪੁਰ 'ਚ ਹੋਇਆ ਬਹੁਤ ਗਲਤ ਹੋਇਆ, ਪਰ ਇਸ ਦੇ ਨਾਲ ਨਾਲ ਇਹ ਵੀ ਨਿੰਦਨਯੋਗ ਹੈ ਕਿ ਜੋ ਰਾਜਸਥਾਨ ਦੇ ਵਿੱਚ ਹੋਇਆ ਉਹ ਵੀ ਗਲਤ ਹੈ, ਜੋ ਵੈਸਟ ਬੰਗਾਲ ਦੇ ਵਿੱਚ ਹੋਇਆ ਉਹ ਵੀ ਗਲਤ ਹੈ, ਜੋ ਛੱਤੀਸਗੜ੍ਹ 'ਚ ਹੋ ਰਿਹਾ ਉਹ ਵੀ ਗਲਤ ਹੈ। ਅਸੀਂ ਕੋਈ ਕੰਪੇਅਰ ਨਹੀਂ ਕਰ ਰਹੇ, ਅਸੀਂ ਇਹ ਕਹਿ ਰਹੇ ਹਾਂ ਕਿ
ਸਿਰਫ ਇਸ ਲਈ ਕਿ ਇੱਕ ਬੀਜੇਪੀ ਲੈਡ ਸਟੇਟ ਦੇ ਵਿੱਚ ਕੁਝ ਹੋ ਗਿਆ, ਤੁਸੀਂ ਜਿਹੜੇ ਨਵੇਂ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਹੋ। ਦੇਖੋ ਕਿਆ ਖੂਬਸੂਰਤ ਜੋੜੀ ਹੈ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੇ ਖਤਮ ਕਰਤਾ, ਅੱਧੇ ਤੋਂ ਜ਼ਿਆਦਾ ਮਿਨਿਸਟਰ ਅੰਦਰ ਕਰਤੇ, ਹੁਣ ਅੱਜ ਦੋਨੋਂ ਇਕੱਠੇ ਹੋ ਗਏ ਨੇ। ਹੁਣ ਅੱਜ ਤੋਂ ਬਾਅਦ ਕਿਉਂ ਨਾ KP ਵੀ ਮੇਰੀ ਗੱਲ ਸੁਣ ਲੈਣਾ, ਜਿੰਨਿਆਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਪੈਂਡਿੰਗ ਆ, ਤੁਸੀਂ ਦੇਖਣਾ ਸਭ ਠੰਡੇ ਬਸਤੇ ਚਲੀ ਜਾਏਗੀ, ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਵਾਸ਼ਿੰਗ ਪਾਊਡਰ ਤੇ ਧੁਲ ਚੁੱਕੇ ਨੇ। ਚਲੋ ਤੁਸੀਂ ਸਰ ਜਿਹੜੇ ED CBI ਦੇ ਕੇਸ ਪਾਉਂਦੇ ਹੋ ਸਰ, BJP ਦੇ ਕਿਸੇ ਨੇਤਾ ਤੇ ਪਾਇਆ ਸਰ, ਜਾਂ BJP ਦੇ ਨੇਤਾ ਇੰਨਾ ਹੀ ਸਾਫ਼ ਹੈ ਕਿ ਉਹਨਾਂ ਤੇ ਕੋਈ ਕੇਸ ਬਣਦਾ ਹੀ ਨਹੀਂਗਾ? KP ਕੋਈ ਇੱਕ ਮਿਸਾਲ ਦੇ ਦਿਓ ਕਿ ਜਿੱਥੇ ਕੋਈ ਕੇਸ ਹੋਇਆ ਹੋਵੇ ਤਾਂ ਕਾਰਵਾਈ ਨਾ ਹੋਈ ਹੋਵੇ। ਅਸੀਂ ਇਹਨਾਂ ਮੰਗਰ ਨਹੀਂ ਨਾ ਕਰਦੇ ਕਿ ਸ਼ਰਾਬ ਘੁਟਾਲੇ ਦਾ ਮੰਤਰੀ ਜੇਲ੍ਹ ਦੇ ਵਿੱਚ ਵੀ ਮੰਤਰੀ ਹੋ ਕੇ ਰਵੇ। ਜਿਹੜਾ ਸਿੱਖਿਆ ਮੰਤਰੀ ਹੈ ਸਤਿੰਦਰ ਜੈਨ, ਉਹ 1 ਸਾਲ ਦੇ ਵਿੱਚ ਜੇਲ੍ਹ ਮੰਤਰੀ ਹੋ ਕੇ ਉਸੇ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੋਵੇ, ਉਹ ਕੋ ਅਸਤੀਫਾ ਨਾ ਲਿਆ ਗਿਆ ਹੋਵੇ। ਚਲੋ ਠੀਕ ਹੈ, ਠੀਕ ਹੈ। ਹਾਂ ਮਿਸਟਰ ਖੜਿਆਲ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਧੰਨਵਾਦ। ਮੈਨੂੰ 2 ਮਿੰਟ ਅਨਇੰਟਰਪਟਡ ਦੇ ਦਿਓ KP ਜੀ। ਇੱਥੇ ਨਾਰੰਗ ਸਾਹਿਬ ਨੇ 2-3 ਗੱਲਾਂ ਕਹੀਆਂ, ਪਹਿਲਾਂ ਤਾਂ ਮੈਂ ਜਵਾਬ ਦੇਦਾ। ਨਾਰੰਗ ਸਾਹਿਬ, ਤੁਸੀਂ ਕਿਹਾ ਕਿ ਸਰਕਾਰ ਡਿਸਕਸ਼ਨ ਲਈ ਰੈਡੀ ਹੈ, ਆਪੋਜੀਸ਼ਨ ਨਹੀਂ ਕਰਨ ਦੇ ਰਹੀ। ਗਲਤ ਕਿਹਾ ਤੁਸੀਂ। ਆਪੋਜੀਸ਼ਨ ਦੀਆਂ 2 ਬੜੀਆਂ ਕਲੀਅਰ ਡਿਮਾਂਡਸ ਹਨ ਜੋ ਮੈਂ ਪਹਿਲੇ ਸੈਗਮੈਂਟ 'ਚ ਦੱਸਦਿਆ ਸੀਗਾ। ਮੋਦੀ ਸਾਹਿਬ ਬਿਆਨ ਦੇਣ, ਦੈਟ ਸ਼ੁੱਡ ਬੀ ਫੋਲੋਡ ਵਿਦ ਅ ਡਿਸਕਸ਼ਨ। ਤੁਸੀਂ ਬਿਆਨ ਨਹੀਂ ਦਿਵਾਉਣਾ ਚਾਹ ਰਹੇ। ਮੈਂ ਤੁਹਾਨੂੰ ਪੁੱਛਿਆ ਸੀ ਰਿਲੈਕਟੈਂਸ ਕਿਉਂ, ਇਹ ਮਤਲਬ ਬਿਆਨ ਦੇਣਾ ਕਿਉਂ ਨਹੀਂ ਚਾਹ ਰਹੇ ਪ੍ਰਧਾਨ ਮੰਤਰੀ ਸਾਹਿਬ? ਇਹਦਾ ਕਾਰਨ ਤਾਂ ਦੱਸ ਦਿਓ। ਜੇ ਤੁਸੀਂ ਮੈਨੂੰ ਨਾਰੰਗ ਸਾਹਿਬ ਇੱਕ ਗੱਲ ਦੱਸੋ, ਮੋਦੀ ਸਾਹਿਬ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੈ ਕਿ ਨਹੀਂ ਹੈ? ਮਨੀਪੁਰ ਦੇ ਪ੍ਰਧਾਨ ਮੰਤਰੀ ਹੈ ਕਿ ਨਹੀਂ ਹੈ? ਸਟੇਟ ਦੇ ਵਿੱਚ BJP ਦੀ ਸਰਕਾਰ ਹੈ ਕਿ ਨਹੀਂ ਹੈ? ਤੇ ਸੈਂਟਰ ਦੇ ਵਿੱਚ BJP ਦੀ ਸਰਕਾਰ ਹੈ ਕਿ ਨਹੀਂ ਹੈ? ਤੇ ਮੋਦੀ ਸਾਹਿਬ ਤੁਹਾਡੇ ਲੀਡਰ ਹੈ ਕਿ ਨਹੀਂ? ਜੇ ਤਾਂ ਨਹੀਂ ਹੈਗੇ ਤਾਂ ਬਿਆਨ ਨਾ ਦਿਓ। ਜੇ ਹੈਗੇ ਆ, ਜਿਹੜੀਆਂ ਮੈਂ 4-5 ਗੱਲਾਂ ਕਹੀਆਂ, ਤਾਂ ਬਿਆਨ ਦੇਣਾ ਉਹਨਾਂ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਸੀ। ਸ਼ੁੱਡ ਹੈਵ ਬੀਨ ਅ ਪ੍ਰਾਇੋਰਟੀ ਫॉर ਹਿਮ। ਪਹਿਲੇ ਦਿਨ ਮੌਨਸੂਨ ਸੈਸ਼ਨ ਦੇ ਬਿਆਨ ਆ ਜਾਣਾ ਚਾਹੀਦਾ ਸੀਗਾ, ਤੇ ਮਹਿਜ਼ 35 ਸੈਕਿੰਡ ਦੇਣਾ ਮਨੀਪੁਰ ਨੂੰ, ਮੈਨੂੰ ਲੱਗਦਾ ਹੈ ਤੌਹੀਨ ਹੈ। ਤੁਸੀਂ ਬੇਸਿਕਲੀ ਅਪਮਾਨ ਕਰ ਰਹੇ ਹੋ ਉਹ ਵਿਕਟਮਸ ਦੀ ਫੈਮਿਲੀਜ਼ ਦਾ, ਜਿਨ੍ਹਾਂ ਦੇ ਬੱਚੇ ਮਰੇ ਹੈ, ਜਿਨ੍ਹਾਂ ਦੀਆਂ ਬੇਟੀਆਂ ਮਰੀਆਂ, ਜਿਨ੍ਹਾਂ ਦੀਆਂ ਬੇਟੀਆਂ ਦੇ ਨਾਲ ਉੱਥੇ ਗਲਤ ਵਿਵਹਾਰ ਹੋਇਆ ਹੈ। ਤੇ ਮੈਨੂੰ ਭਾਰਤੀ ਜਨਤਾ ਪਾਰਟੀ ਇੱਕ ਗੱਲ ਦੱਸੇ ਕਿ ਕੀ ਇਹ ਭੁੱਲਰ ਸਾਹਿਬ ਕਾਈਂਡਲੀ ਮਿਊਟ ਕਰ ਲਿਓ, ਬੜੀ ਡਿਸਟਰਬੈਂਸ ਆ ਰਹੀ ਹੈ ਪਲੀਜ਼। ਦੂਜਾ ਇਹ ਹੈ ਕਿ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ KP ਜੀ। ਸੁਪਰੀਮ ਕੋਰਟ ਨੂੰ ਇੰਟਰਵੀਨ ਤਾਂ ਕਰਨਾ ਪਿਆ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋ ਚੁੱਕੀ ਸੀਗੀ, ਤੇ ਮੋਦੀ ਸਾਹਿਬ ਕੋਲੇ ਟਾਈਮ ਹੈ। ਈਸਟ ਇੰਡੀਆ ਕੰਪਨੀ ਦਾ ਜ਼ਿਕਰ ਕੀਤਾ, ਮੁਜਾਹਿਦੀਨ ਦਾ ਜ਼ਿਕਰ ਕੀਤਾ, ਆਪੋਜੀਸ਼ਨ ਦਾ ਜ਼ਿਕਰ ਕੀਤਾ, ਛੱਤੀਸਗੜ੍ਹ ਰਾਜਸਥਾਨ ਦਾ ਜ਼ਿਕਰ ਕੀਤਾ, ਬਸ ਮਨੀਪੁਰ ਦਾ ਨਹੀਂ ਕਰਦੇ। ਇਹ ਸਾਨੂੰ ਨਾਰੰਗ ਸਾਹਿਬ ਖੜਿਆਲ ਸਾਹਿਬ ਜ਼ਰੂਰੀ ਪੁਆਇੰਟ ਤੁਹਾਡੇ ਲੈ ਰਹੇ ਆ। ਖੜਿਆਲ ਸਾਹਿਬ ਇੱਕ ਪੁਆਇੰਟ ਇਹ ਵੀ ਹੈ ਨਾ, ਜੋ BJP ਸਵਾਲ ਕਰਦੀ ਪਈ ਹੈ, ਤੁਸੀਂ ਵੈਸਟ ਬੰਗਾਲ ਤੇ ਕੋਈ ਕੁਐਸਚਨ ਨਹੀਂ ਪੁੱਟ ਕਰਦੇ ਪਏ, ਰਾਜਸਥਾਨ ਛੱਤੀਸਗੜ੍ਹ ਬਾਰੇ ਤਾਂ ਤੁਸੀਂ ਬੋਲਣਾ ਹੀ ਕੀ ਹੈ। BJP ਇਹ ਸਵਾਲ ਕਰਦੀ ਕਹਿੰਦਾ ਜਵਾਬ ਕਿਉਂ ਨਹੀਂ ਦਿੰਦੇ ਪਏ ਤੁਸੀਂ? ਦੇਖੋ, ਪਹਿਲਾਂ ਤਾਂ ਮੈਂ ਸਮਝਦਾ ਹੈ ਕਿ ਅਪਮਾਨਜਨਕ ਹੈ ਜਦੋਂ ਮਸਲਾ ਮਨੀਪੁਰ ਦਾ ਹੈ। ਮਨੀਪੁਰ ਦੇ ਵਿੱਚ ਇਹਨੇ ਇਨਸੀਡੈਂਟ ਹੋਏ ਹੈ। ਨਾਰੰਗ ਸਾਹਿਬ ਦਾ ਕਹਿਣਾ ਰਾਜਸਥਾਨ, ਛੱਤੀਸਗੜ੍ਹ, ਕੀ ਤੁਸੀਂ ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਜੇ ਕਿਤੇ ਕੋਈ ਹੋਰ ਇਨਸੀਡੈਂਟ ਹੋ ਗਿਆ ਤਾਂ ਇੱਥੇ ਵੀ ਇਨਸੀਡੈਂਟ ਹੋ ਗਿਆ? ਇਹ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਕੀ ਹੈ, ਉਹਨਾਂ ਦੀ ਇੰਟੈਂਸ਼ਨ ਕੀ ਹੈ। ਇੰਟੈਂਸ਼ਨ ਪਲਾਨ ਆਫ ਐਕਸ਼ਨ ਨਹੀਂ ਹੈ, ਪੀਸ ਨਹੀਂ ਹੈ, ਐਕਸ਼ਨ ਨਹੀਂ ਹੈ ਕਲਪ੍ਰਿਟਸ ਦੇ ਖਿਲਾਫ, ਪੋਲਿਟਿਸਾਈਜੇਸ਼ਨ ਹੈ। ਤੇ ਇਹ ਕੰਪੇਅਰ ਕਰਨਾ, ਹੁਣ ਮੈਂ ਜ਼ਰੂਰੀ ਗੱਲ ਕਹਿਦਾ, ਇੱਕ ਪਾਰਲੀਮੈਂਟ ਦੇ ਤੁਸੀਂ ਦੇਖੋ 5 ਦਿਨਾਂ ਦਾ ਕਰੋੜਾਂ ਰੁਪਇਆ ਖਰਚਿਆ ਗਿਆ ਹੋਊਗਾ। 5 ਦਿਨਾਂ ਦੇ ਵਿੱਚ BJP ਨੇ ਕੀ ਯੀਲਡ ਕੀਤਾ? ਕੋਈ ਪ੍ਰੋਡਕਟਿਵ ਡਿਸਕਸ਼ਨ ਹੋਈ, ਕੋਈ ਪ੍ਰੋਡਕਟਿਵ ਕੰਮ ਹੋਇਆ ਪਾਰਲੀਮੈਂਟ ਦੇ ਵਿੱਚ? ਤੇ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਟੈਂਪਲ ਆਫ ਡੈਮੋਕ੍ਰੇਸੀ ਹੈ, ਲੋਕਤੰਤਰ ਦਾ ਮੰਦਿਰ ਹੈ ਪਾਰਲੀਮੈਂਟ। ਤੇ ਇਹੀ ਪਾਰਲੀਮੈਂਟ ਦੇ ਵਿੱਚ ਅੱਜ ਉਹ ਬਿਆਨ ਨਹੀਂ ਦੇ ਰਹੇ। ਤੇ 2021 ਦੇ ਵਿੱਚ 4 ਘੰਟੇ ਦਿੱਤੇ ਸੀ ਇੱਕ ਪੂਰੇ ਸਾਲ ਦੇ ਵਿੱਚ। ਹੁਣ ਤਾਂ ਬੋਲ ਦੋ। ਤੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਗੱਲ ਕਹੂੰਗਾ, ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਭੁੱਲਰ ਸਾਹਿਬ ਇੱਕ ਗੱਲ ਦੱਸੋ, ਕਿਸੇ ਲੀਡਰ ਨੇ, ਇੱਕ ਲੀਡਰ ਦੱਸ ਦਿਓ ਜਿਹਨੇ ਮਨੀਪੁਰ ਤੇ ਬਿਆਨ ਦਿੱਤਾ ਹੋਵੇ ਕਿ ਜੋ ਮਨੀਪੁਰ ਦੇ ਵਿੱਚ ਹੋਇਆ, ਜੋ ਉੱਥੇ ਮਹਿਲਾਵਾਂ ਦੇ ਨਾਲ ਹੋਇਆ, ਉਹ ਗਲਤ ਸੀਗਾ। ਇੱਕ ਲੀਡਰ ਦਾ ਨਾਮ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ। ਚਲੋ ਮੈਂ ਸਵਾਲ ਐਕਸ਼ਨ ਡਿਮਾਂਡ ਕੀਤਾ ਵਾ। ਲਾਸਟ ਹੈ ਇੱਥੇ ਭੁੱਲਰ ਸਾਹਿਬ ਨੂੰ ਪੁੱਛਿਆ ਗਿਆ ਕਿ ਕੀ ਮਿਸਮੈਨੇਜਮੈਂਟ ਹੋਈ ਕਿ ਨਹੀਂ ਹੋਈ, ਕਹਿੰਦੇ ਪੰਜਾਬ ਦੇ ਵਿੱਚ ਹੋ ਰਹੀ ਹੈ। ਭੁੱਲਰ ਸਾਹਿਬ ਅੱਜ ਮੁੱਦਾ ਮਨੀਪੁਰ ਹੈ, ਪੰਜਾਬ ਨਹੀਂ ਹੈ। ਤੁਸੀਂ ਆਪਦਾ ਪਾਰਟੀ ਦਾ ਸਟੈਂਡ ਦੱਸੋ, ਮਨੀਪੁਰ ਦੇ ਵਿੱਚ ਜੋ ਹੋਇਆ ਗਲਤ ਸੀ ਕਿ ਨਹੀਂ ਸੀ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਹੀਂ ਹੈ? ਭਾਰਤੀ ਜਨਤਾ ਪਾਰਟੀ ਬਾਰੇ ਬੋਲਦੀ ਕਿਉਂ ਨਹੀਂ ਪਈ ਸ਼੍ਰੋਮਣੀ ਅਕਾਲੀ ਦਲ? ਚਲੋ ਆਪਾਂ ਸਵਾਲ ਕਰ ਲਾਂਗੇ ਦੁਬਾਰਾ। ਅੰਡਰਹੈਂਡਡ ਅਲਾਈਅੰਸ ਇਹਨਾਂ ਦੋਵਾਂ ਦੇ ਵਿੱਚ। ਚਲੋ ਮੈਂ ਸਵਾਲ ਕਰ ਲੈਣਾ, ਇੱਕ ਛੋਟਾ ਹੋਰ ਬ੍ਰੇਕ ਲਵਾਂਗਾ। ਬ੍ਰੇਕ ਤੋਂ ਵਾਪਸ ਆ ਕੇ ਆਮ ਆਦਮੀ ਪਾਰਟੀ ਸਪੋਕਸਪਰਸਨ ਤੇ ਅਕਾਲੀ ਦਲ ਦੇ ਸਪੋਕਸਪਰਸਨ ਨੂੰ ਹੁਣ ਵਕਤ ਦੇਵਾਂਗੇ ਇਸ ਸੈਗਮੈਂਟ ਦੇ ਵਿੱਚ। ਵਾਪਸ ਆ ਰਹੇ ਹਾਂ।
ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਪੁੱਛ ਰਹੇ, ਦੇਸ਼ ਦੀ ਸੰਸਦ 'ਚ ਬੇਭਰੋਸਗੀ ਮਤੇ ਵਾਲੀ ਨੌਬਤ ਆਈ ਕਿਉਂ? ਮਿਸਟਰ ਭੁੱਲਰ, ਮਣੀਪੁਰ ਕਾਂਡ ਦੀ ਨਿੰਦਾ ਤਾਂ ਬੀਜੇਪੀ ਵੀ ਕਰ ਰਹੀ ਹੈ। ਪ੍ਰਧਾਨ ਮੰਤਰੀ ਸਾਹਿਬ ਜਦੋਂ ਬਿਆਨ ਦੇਣਗੇ ਉਦੋਂ ਦੇਖਿਆ ਜਾਊਗਾ। ਭੁੱਲਰ ਸਾਹਿਬ, ਤੁਸੀਂ ਨਿੰਦਾ ਤੱਕ ਵੀ ਨਹੀਂ ਕਰ ਰਹੇ, ਵਜ੍ਹਾ ਕੀ ਹੈ? ਗੱਲ ਇਸ ਤਰ੍ਹਾਂ ਹੈਗੀ ਕਿ ਮਣੀਪੁਰ ਦੇ ਕਾਂਡ ਦੀ ਅਸੀਂ ਨਿੰਦਾ ਕਰਦੇ ਹਾਂ, ਅਸੀਂ ਰਾਜਸਥਾਨ ਦੀ ਵੀ ਕਰਦੇ ਹਾਂ, ਛੱਤੀਸਗੜ੍ਹ ਦੇ ਵਿੱਚ ਵੀ ਜੋ ਹੋ ਰਿਹਾ ਕਰਦੇ ਹਾਂ, ਵੈਸਟ ਬੰਗਾਲ ਜੋ ਹੋ ਰਿਹਾ ਉਹ ਵੀ ਕਰਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਨਹੀਂ ਗਲਤ ਠੀਕ ਹੋ ਰਿਹਾ, ਉੱਥੇ ਬਿਲਕੁਲ ਗਲਤ ਹੋ ਰਿਹਾ ਤੇ ਉਹ ਹੋ ਰਿਹਾ, ਲੇਕਿਨ ਅਸੀਂ ਨਾਲ ਪੰਜਾਬ ਦੀ ਗੱਲ ਵੀ ਕਰਦੇ ਜੋ ਪੰਜਾਬ 'ਚ ਹੋ ਰਿਹਾ ਕਿੰਨਾ ਠੀਕ ਹੋ ਰਿਹਾ, ਕਿਉਂਕਿ ਅੱਜ ਕਾਂਗਰਸ ਭਾਈਵਾਲ ਹੋ ਗਈ ਆਮ ਆਦਮੀ ਪਾਰਟੀ ਦੀ, ਇਸ ਕਰਕੇ ਪੰਜਾਬ ਦੇ ਮੁੱਦੇ ਬੰਦ ਹੋ ਗਏ ਇਹਨਾਂ ਵਾਸਤੇ। ਹੁਣ ਪੰਜਾਬ ਦੇ ਮੁੱਦੇ ਤੇ ਇਹਨਾਂ ਨੇ ਨਹੀਂ ਭੁੱਲਰ ਸਾਹਿਬ ਇੱਕ ਮਿੰਟ ਮੇਰੀ ਬੇਨਤੀ, ਭੁੱਲਰ ਸਾਹਿਬ ਮੇਰੀ ਬੇਨਤੀ ਹੈ, ਭੁੱਲਰ ਸਾਹਿਬ ਮੇਰੀ ਬੇਨਤੀ ਹੈ, ਭੁੱਲਰ ਸਾਹਿਬ ਸੁਣ ਤਾਂ ਲਓ, ਭੁੱਲਰ ਸਾਹਿਬ ਸੁਣ ਲਓ ਸਰ, ਭੁੱਲਰ ਸਾਹਿਬ ਪੰਜਾਬ ਦੇ ਮੁੱਦਿਆਂ ਤੋਂ ਕਾਂਗਰਸ ਭੱਜਦੀ ਹੋਵੇ ਨਹੀਂ ਭੱਜਦੀ ਹੋਵੇ ਮੈਨੂੰ ਨਹੀਂ ਪਤਾ, ਆਮ ਆਦਮੀ ਪਾਰਟੀ ਭੱਜਦੀ ਹੋਵੇ ਨਾ ਭੱਜਦੀ ਹੋਵੇ ਮੈਨੂੰ ਪਤਾ, ਪਰ ਸਰ ਅਸੀਂ ਨਹੀਂ ਭੱਜਦੇ। ਭੁੱਲਰ ਸਾਹਿਬ ਜਦੋਂ ਪੰਜਾਬ ਦੇ ਮੁੱਦੇ ਤੇ ਕਹੋਗੇ ਨਾ ਡਿਬੇਟ ਰੱਖ ਲੂੰਗਾ ਸਰ, ਜੇ ਅੱਜ ਹੋਣਾ ਰਾਤ ਨੂੰ ਆ ਜਿਓ, ਮੈਨੂੰ ਕੋਈ ਦਿੱਕਤ ਨਹੀਂ। ਭੁੱਲਰ ਸਾਹਿਬ ਮੇਰਾ ਸਵਾਲ ਸਿੱਧਾ, ਭੁੱਲਰ ਸਾਹਿਬ ਤੁਸੀਂ ਆਪਣੀ ਪਾਰਟੀ ਦਾ ਸਟੈਂਡ ਕਿਉਂ ਨਹੀਂ ਸਪਸ਼ਟ ਕਰ ਪਾ ਰਹੇ ਮਣੀਪੁਰ ਦੇ ਮੁੱਦੇ ਤੇ, ਕਿਉਂ ਨਹੀਂ ਬੋਲਦੇ ਪਏ ਸਰ? ਤੇ ਤੁਹਾਨੂੰ ਕਹਿਤਾ ਰਹੀ ਕਿ ਅਸੀਂ ਬਿਲਕੁਲ ਇਸ ਚੀਜ਼ ਦੇ ਖਿਲਾਫ ਹੈ, ਬਿਲਕੁਲ ਨਿੰਦਾ ਕਰਦੇ ਹਾਂ, ਚਾਹੇ ਉਹ ਮਣੀਪੁਰ 'ਚੋਂ ਹੈ, ਚਾਹੇ ਤੁਹਾਡੇ ਇੱਕ ਲੀਡਰ ਦਾ ਮੈਨੂੰ ਕੋਈ ਟਵੀਟ ਦਿਖਾ ਦਿਓ ਸਰ, ਬਾਕੀ ਤਾਂ ਦੂਰ ਦੀ ਗੱਲ ਆ। ਚਾਹੇ ਉਹ ਪੰਜਾਬ ਦੇ ਥਾਣੇ ਦੇ ਵਿੱਚ ਲੇਡੀ ਨੂੰ ਜਿਹੜਾ ਮਾਰ ਦਿੱਤਾ ਗਿਆ, ਉਹਦਾ ਕਤਲ ਕਰ ਦਿੱਤਾ ਗਿਆ ਸਰ, ਇੱਕ ਲੀਡਰ ਦਾ ਟਵੀਟ ਦਿਖਾ ਦਿਓ ਸਰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਕਿਹੜਾ ਟਵੀਟ ਹੈਗਾ ਸਰ, ਮੈਨੂੰ ਭੇਜ ਦਿਓ ਕਿਰਪਾ ਕਰਕੇ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੋਲ ਰਿਹਾ ਨਾ, ਮੈਂ ਬੋਲਤਾ ਹੈ ਨਾ ਉਹਦਾ। ਚਲੋ ਕੁੱਲ ਮਿਲਾ ਕੇ ਮੈਂ ਸਮਝਾ ਤੁਹਾਡੇ ਕਿੰਨੇ ਮੈਂਬਰ ਪਾਰਲੀਮੈਂਟ ਹੈ ਭੁੱਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ? ਮੈਂ ਬੋਲ ਰਿਹਾ ਨਾ ਤੁਹਾਡੇ ਮੀਡੀਆ ਦੇ ਉੱਤੇ, ਮੈਂ ਸੁਣ ਲਈ ਸਰ ਤੁਹਾਡੀ ਗੱਲ, ਸੁਣ ਲਈ, ਚੰਗਾ ਲੱਗਾ ਮੈਨੂੰ ਸਰ, ਤੁਹਾਡਾ ਧੰਨਵਾਦ ਹੈ ਸਰ, ਤੁਹਾਡਾ ਧੰਨਵਾਦ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰ 2 MP ਹੈ ਕਿ ਜ਼ਿਆਦਾ ਸਰ? ਮੈਂ ਗੱਲ ਕਹੀ ਜੀ, ਗੱਲ ਉਹੀ ਆ ਗਈ ਨਾ KP ਸਿੰਘ ਜੀ ਵੀ ਹੋਮ ਮਿਨਿਸਟਰ ਤਾਂ ਉੱਥੇ ਬਿਆਨ ਦੇ ਰਿਹਾ, ਲੇਕਿਨ ਆਪੋਜੀਸ਼ਨ ਨੂੰ ਚਾਹੀਦਾ ਮੋਦੀ ਦਾ ਬਿਆਨ ਚਾਹੀਦਾ। ਮੈਂ ਇੱਥੇ ਜੋ ਗੱਲ ਕਰ ਰਿਹਾ, ਲੇਕਿਨ ਤੁਹਾਨੂੰ ਬਿਆਨ ਚਾਹੀਦਾ ਮੈਂਬਰ ਪਾਰਲੀਮੈਂਟ ਦਾ, ਜਦੋਂ ਮੈਂਬਰ ਪਾਰਲੀਮੈਂਟ ਨੂੰ ਦੇਣਾ ਉਹ ਦੇ ਦੇਣਗੇ, ਲੇਕਿਨ ਐਜ਼ ਅ ਪ੍ਰਵਕਤਾ, ਐਜ਼ ਅ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਮੀਡੀਆ ਉੱਤੇ ਬਹਿ ਕੇ ਮੈਂ ਕਲੀਅਰਲੀ ਕਹਿ ਰਿਹਾ ਕਿ ਜੋ ਮਣੀਪੁਰ 'ਚ ਹੋ ਰਿਹਾ ਗਲਤ ਹੋ ਰਿਹਾ, ਜੋ ਛੱਤੀਸਗੜ੍ਹ ਜਾਂ ਰਾਜਸਥਾਨ ਜਾਂ ਵੈਸਟ ਬੰਗਾਲ ਹੋ ਰਿਹਾ ਉਹ ਵੀ ਗਲਤ ਹੋ ਰਿਹਾ, ਜੋ ਪੰਜਾਬ ਦੇ ਥਾਣੇ ਦੇ ਵਿੱਚ ਜਿਸ ਤਰੀਕੇ ਨਾਲ ਕੁੱਟਮਾਰ ਕਰਕੇ ਮਾਰਿਆ ਜਾ ਰਿਹਾ ਜਾਂ ਜੋ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਿਲਕੁਲ ਗਲਤ ਨੇ। ਚਲੋ ਤੁਹਾਡਾ ਧੰਨਵਾਦ ਭੁੱਲਰ ਸਾਹਿਬ, ਤੁਸੀਂ ਭੁੱਲਰ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਬਿਆਨ ਦਿੱਤਾ ਭੁੱਲਰ ਸਾਹਿਬ। ਮੇਰਾ ਇੱਕ ਹੋਰ ਸਵਾਲ ਹੈ ਭੁੱਲਰ ਸਾਹਿਬ, ਇਹਦਾ ਮਤਲਬ ਇਹ ਹੈ ਕਿ ਮਣੀਪੁਰ ਕਾਂਡ ਦੀ ਤੁਸੀਂ ਨਿੰਦਾ ਕਰਦੇ ਹੋ, ਪਰ ਜਿਹੜਾ ਬੇਭਰੋਸਗੀ ਮਤਾ ਉਹਦੇ ਵਿੱਚ ਤੁਸੀਂ ਮੋਦੀ ਸਰਕਾਰ ਦੇ ਨਾਲ ਹੋ, ਤੁਸੀਂ ਉਹਨਾਂ ਦੇ ਖਿਲਾਫ ਵੋਟ ਨਹੀਂ ਪਾਓਗੇ। ਤੁਸੀਂ ਆਪਣੇ ਲਫ਼ਜ਼ ਮੇਰੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਅਸੀਂ ਤੇ ਇਹਨਾਂ ਦੋਹਾਂ ਦਾ ਤਮਾਸ਼ਾ ਦੇਖ ਰਹੇ ਇਸ ਟਾਈਮ। ਚਲੋ ਇਹਨਾਂ ਨੇ ਤਮਾਸ਼ਾ ਬਣਾਇਆ ਹੈ ਪਾਰਲੀਮੈਂਟ ਦਾ। ਚਲੋ ਤੁਸੀਂ ਵਾਕਆਊਟ ਕਰ ਜਾਓਗੇ ਸਰ, ਵਾਕਆਊਟ ਕਰ ਜਾਓਗੇ। ਪੰਜਾਬ ਦੇ ਜਾਂ ਹੋਰ ਹਿੰਦੁਸਤਾਨ ਦੇ ਬਹੁਤ ਮਸਲੇ ਸੀ ਇਹਨਾਂ ਡਿਸਕਸ ਕਰਨ ਵਾਲੇ ਸੀਗੇ, ਚਲੋ ਲੇਕਿਨ 6 ਦਿਨ ਤੋਂ ਇੱਕ ਹਫ਼ਤੇ ਤੋਂ ਇਹਨਾਂ ਨੇ ਤਮਾਸ਼ਾ ਬਣਾ ਕੇ ਰੱਖਿਆ ਹੈ ਉਸ ਪਾਰਲੀਮੈਂਟ ਦਾ। ਸਰ ਇਸ ਮੁੱਦੇ ਤੇ ਭੁੱਲਰ ਸਾਹਿਬ, ਇਸ ਮੁੱਦੇ ਤੇ ਅਮਰੀਕਾ ਬੋਲਦਾ ਪਿਆ ਸਰ, ਵਿਦੇਸ਼ਾਂ 'ਚ ਚਰਚਾ ਹੋ ਰਹੀ ਹੈ, ਤੁਸੀਂ ਇਸ ਮੁੱਦੇ ਤੇ ਬੋਲਣ ਨੂੰ ਤਿਆਰ ਨਹੀਂ ਭੁੱਲਰ ਸਾਹਿਬ। ਮੈਂ ਬੋਲਦੇ ਰਹੀ, ਹੋਰ ਕਿਸ ਤਰ੍ਹਾਂ ਬੋਲਾਂਗੀ, ਕਿਸ ਤਰ੍ਹਾਂ ਬੋਲਣਾ ਚਾਹੁੰਦੇ ਤੁਸੀਂ? ਚਲੋ ਤੁਹਾਡੇ ਕਿਸੇ ਲੀਡਰ ਦਾ ਸਰ ਬਿਆਨ ਭੇਜ ਦਿਓ ਭੁੱਲਰ ਸਾਹਿਬ, ਮੈਂ ਵੇਟ ਕਰੂੰਗਾ। और किस तरह बोलिए सर श्रोमणी अकाली दल हमेशा ये गल करदा सर बोल रहे हैं ज्यादा कंन साफ कर लो थोड़ा दोबारा बोल देता है ਭੁੱਲਰ ਸਾਹਿਬ ਇਹ ਜਿਹੜੇ ਕੰਨ ਸਾਫ਼ ਕਰਨ ਦੀ ਗੱਲ ਹੈ ਨਾ ਸਰ, ਕੰਨ ਤਾਂ ਸਾਫ਼ ਸਾਰਿਆਂ ਦੇ ਹੋ ਜਾਣੇ ਸਰ, ਜਦੋਂ ਲੋਕਤੰਤਰ ਦੀ ਤਾਕਤ ਉੱਥੇ ਦਿਖਣੀ ਹੈ। ਭੁੱਲਰ ਸਾਹਿਬ ਮੇਰਾ ਸਵਾਲ ਹੈ ਸਰ, ਸੁਣ ਲਓ ਸਰ, ਸਵਾਲ ਸੁਣ ਲਓ ਭੁੱਲਰ ਸਾਹਿਬ ਸਵਾਲ ਇਹ ਹੈ ਕਿ ਮਣੀਪੁਰ ਦੇ ਮੁੱਦੇ ਦੇ ਉੱਤੇ ਮੋਦੀ ਸਾਹਿਬ ਬੋਲਣ ਨਾ ਬੋਲਣ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ, ਕਹਾਣੀ ਇਹੀ ਹੈ ਨਾ? ਗੱਲ ਇਸ ਤਰ੍ਹਾਂ ਹੈ, मैं ਤੁਹਾਨੂੰ ਕਲੀਅਰਲੀ ਕਹਿਤਾ ਮੌਕਾ ਆਏਗਾ ਅਸੀਂ ਗੱਲ ਕਰਾਂਗੇ, ਲੇਕਿਨ ਅੱਜ ਬੜੇ ਕਲੀਅਰਲੀ ਮੈਂ ਕਿਹਾ ਕਿ ਮਣੀਪੁਰ ਜਿਹੜਾ ਹੋਇਆ ਗਲਤ ਹੋਇਆ, ਲੇਕਿਨ ਉਹਦੇ ਨਾਲ ਵੈਸਟ ਬੰਗਾਲ ਜਾਂ ਛੱਤੀਸਗੜ੍ਹ ਜਾਂ ਰਾਜਸਥਾਨ ਜਾਂ ਪੰਜਾਬ 'ਚ ਜੋ ਹੋ ਰਿਹਾ ਚਲੋ ਠੀਕ ਹੈ, ਬਹੁਤ ਡਿਟੇਲ 'ਚ ਮੈਂ ਤੁਹਾਡੇ ਤੋਂ ਗੱਲ ਕਰ ਲਈ ਹੈ। ਜਸਤੇਜ ਸਿੰਘ ਤੁਸੀਂ ਕਿਉਂ ਨਹੀਂ ਬੋਲਦੇ ਪਏ ਵੈਸਟ ਬੰਗਾਲ ਦੇ ਮੁੱਦੇ ਤੇ, ਕੀ ਗੱਲ ਹੋ ਗਈ? KP ਜੀ ਇਹਨਾਂ ਦੀ ਵਟਬਾਊਟਰੀ 'ਚ ਪੈ ਕੇ ਮੈਂ ਇਸ ਮੁੱਦੇ ਨੂੰ ਲੀਹ ਤੋਂ ਉਤਰਨ ਨਹੀਂ ਦੇਣਾ, ਸਗੋਂ ਜੋ ਅੱਜ ਇਹਨਾਂ ਦਾ ਸਟੈਂਡ ਹੈ ਨਾ ਭੁੱਲਰ ਸਾਹਿਬ ਦਾ, ਅੱਜ ਇਹ ਬੇਨਕਾਬ ਹੋ ਗਿਆ ਅਕਾਲੀ ਦਲ ਕਿ ਜੋ ਉੱਥੇ ਨਰਸੰਹਾਰ ਹੋ ਰਿਹਾ ਹੈ, ਜੋ ਮਣੀਪੁਰ ਦੇ ਵਿੱਚ ਹੋਇਆ, ਅੱਜ ਇਹ ਲੋਕ ਸਗੋਂ ਭਾਜਪਾ ਦਾ ਸਾਥ ਦੇ ਰਹੇ ਹੈ, ਉਹਨਾਂ ਲੋਕਾਂ ਦਾ ਸਾਥ ਦੇ ਰਹੇ ਹੈ ਜਿਹੜੇ ਅੱਜ ਉੱਥੇ ਇੱਕ ਮਿੰਟ ਭੁੱਲਰ ਸਾਹਿਬ ਇੱਕ ਮਿੰਟ, ਮੈਂ ਤੁਹਾਡੇ ਵੇਲੇ ਕਿਸੇ ਨੂੰ ਨਹੀਂ ਬੋਲਣ ਦਿੱਤਾ। ਹਾਂ ਇੱਕ ਮਿੰਟ ਭੁੱਲਰ ਸਾਹਿਬ ਪਲੀਜ਼, ਭੁੱਲਰ ਸਾਹਿਬ ਪਲੀਜ਼ ਮਾਦਾ ਰੱਖੋ।
ਇੱਕ ਮਿੰਟ ਜਸਤੇਜ ਸਿੰਘ ਇੱਧਰ ਸੰਬੋਧਨ ਕਰੋ, ਤੁਸੀਂ ਉਧਰ ਨਾ ਬੋਲੋ ਪਲੀਜ਼। ਭੁੱਲਰ ਸਾਹਿਬ ਪਲੀਜ਼ ਆਪਾਂ ਇਦਾਂ ਨਾ ਕਰੀਏ। ਭੁੱਲਰ ਸਾਹਿਬ ਤੁਹਾਡੀ ਗੱਲ ਆ ਗਈ ਸਰ, ਤੁਹਾਡੀ ਗੱਲ ਆ ਗਈ ਸਰ, ਪਲੀਜ਼ ਰੁਕ ਜਾਓ। ਭੁੱਲਰ ਸਾਹਿਬ ਰੁਕ ਜਾਓ। ਹਾਂ ਜਸਤੇਜ ਆਪਣੀ ਗੱਲ ਕੰਟੀਨਿਊ ਕਰੋ। ਕੇਪੀ ਜੀ ਇਹਨਾਂ ਦੀ ਪਲੀਜ਼ ਆਵਾਜ਼ ਬੰਦ ਕਰ ਦਿਓ ਜਾਂ ਮੈਨੂੰ ਬੋਲਣ ਦਾ ਤੁਸੀਂ ਮੌਕਾ ਜੇ ਬੋਲੋ ਜਸਤੇਜ ਬੋਲੋ। ਭੁੱਲਰ ਸਾਹਿਬ ਇਦਾਂ ਨਾ ਕਰੋ ਪਲੀਜ਼। ਭੁੱਲਰ ਸਾਹਿਬ ਇਦਾਂ ਨਾ ਕਰੋ ਪਲੀਜ਼, ਮੇਰੀ ਬੇਨਤੀ ਹੈ। ਭੁੱਲਰ ਸਾਹਿਬ ਮੇਰੀ ਬੇਨਤੀ ਹੈ ਸਰ, ਮੈਂ ਤੁਹਾਨੂੰ ਸਾਰਿਆਂ ਨੂੰ ਸੁਣਦਾ ਪਿਆ ਸਰ, ਮੈਂ ਕਿਸੇ ਨੂੰ ਤੁਹਾਨੂੰ ਕਾਊਂਟਰ ਸਵਾਲ ਨਹੀਂ ਕਰਦਾ ਪਿਆ ਸਰ, ਪਲੀਜ਼ ਸੁਣ ਲਓ ਸਰ ਪਲੀਜ਼। ਹਾਂ ਮਿਸਟਰ ਜਸਤੇਜ। ਕੇਪੀ ਜੀ ਜਿਵੇਂ ਮੈਂ ਪਹਿਲਾਂ ਦੱਸਿਆ, ਸਗੋਂ ਬੇਨਕਾਬ ਹੋ ਰਿਹਾ ਅਕਾਲੀ ਦਲ। ਇਸ ਤੋਂ ਪਤਾ ਲੱਗਦਾ ਕਿ ਈਵਨ 84 ਦੇ ਵਿੱਚ ਜੋ ਜੈਨੋਸਾਈਡ ਹੋਇਆ, ਇਹਨਾਂ ਨੇ ਉਸ ਚੀਜ਼ ਦਾ ਸਿਆਸੀ ਰਾਹ ਲੈ ਕੇ ਸਰਕਾਰਾਂ ਬਣਾਈਆਂ। ਇਹਨਾਂ ਨੇ 10 ਸਾਲ 84 ਦਾ ਜੋ ਜੈਨੋਸਾਈਡ ਹੋਇਆ ਸਿੱਖਾਂ ਦੇ ਵਿਰੁੱਧ, ਇਹਨਾਂ ਨੇ ਆਰਐਸਐਸ ਦਾ ਵੀ ਨਾਮ ਆਇਆ, ਕਾਂਗਰਸ ਦਾ ਵੀ ਆਇਆ, ਪਰ ਇਹਨਾਂ ਨੇ ਆਰਐਸਐਸ ਬੀਜੇਪੀ ਦੇ ਖਿਲਾਫ ਅਮਰਿੰਦਰ ਸਿੰਘ ਨੇ ਨਾਮ ਫਿਰ ਵੀ ਭੁੱਲਰ ਸਾਹਿਬ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਭੁੱਲਰ ਸਾਹਿਬ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ, ਰੁਕ ਜਾਓ ਪਲੀਜ਼। ਭੁੱਲਰ ਸਾਹਿਬ ਰੁਕ ਜਾਓ, ਆਪਾਂ ਡਿਬੇਟ ਖਰਾਬ ਨਾ ਕਰੀਏ। ਭੁੱਲਰ ਸਾਹਿਬ ਮੇਰੀ ਬੇਨਤੀ ਹੈ। ਹਾਂ ਜਸਤੇਜ ਜੀ ਬੋਲੋ ਤੁਸੀਂ। ਜਸਤੇਜ ਜੀ ਉਹਨਾਂ ਦੀ ਆਵਾਜ਼ ਹੀ ਨਹੀਂ ਪਹੁੰਚ ਰਹੀ, ਤੁਸੀਂ ਉਹਨਾਂ ਨੂੰ ਸੁਣੋ ਹੀ ਨਾ, ਉਹਨਾਂ ਦੀ ਆਵਾਜ਼ ਨਹੀਂ ਪਹੁੰਚ ਰਹੀ, ਤੁਸੀਂ ਬੋਲੋ ਆਪਣੀ। ਜਸਤੇਜ ਆਪਣੀ ਗੱਲ ਪੂਰੀ ਰੱਖੋ। ਚਲੋ ਮੈਂ ਇੱਕ ਬ੍ਰੇਕ ਲੈ ਲਵਾਂ, ਜੇ ਨਹੀਂ ਰੋਕਦੇ ਤੁਸੀਂ ਬ੍ਰੇਕ ਲੈ ਲਵਾਂ। ਭੁੱਲਰ ਸਾਹਿਬ ਆਪਾਂ ਡਿਬੇਟ ਕਿਉਂ ਖਰਾਬ ਕਰਦੇ ਪਏ ਸਰ? ਇੰਨੇ ਸਿਆਣੇ ਬਣੇ ਹੋ ਸਰ ਤੁਸੀਂ। ਭੁੱਲਰ ਸਾਹਿਬ ਜੇ ਬੋਲ ਰਹੇ ਸਰ ਸੁਣ ਲਓ ਨਾ, ਤੁਸੀਂ ਜਵਾਬ ਦੇ ਦਿਓ ਸਰ। ਭੁੱਲਰ ਸਾਹਿਬ ਕੌਣ ਰੋਕ ਰਿਹਾ ਤੁਹਾਨੂੰ? ਜਵਾਬ ਦੇ ਦਿਓ ਨਾ, ਜਵਾਬ ਦੇ ਦਿਓ ਤੁਸੀਂ, ਜਵਾਬ ਦੇ ਦਿਓ। ਰੁਕ ਜਾਓ ਨਾ ਇੱਕ ਮਿੰਟ, ਭੁੱਲਰ ਸਾਹਿਬ ਰੁਕ ਜਾਓ, ਤੁਹਾਡੀ ਆਵਾਜ਼ ਪਹੁੰਚਦੀ ਨਹੀਂ ਪਈ। ਹਾਂ ਜਸਤੇਜ ਬੋਲੋ। ਇਹ ਜੋ ਅੱਜ ਇਹਨਾਂ ਦਾ ਭੁੱਲਰ ਸਾਹਿਬ ਦਾ ਸਟੈਂਡ ਹੈ ਨਾ, ਇਹੀ ਸਟੈਂਡ ਲੋਕਾਂ ਦੇ ਸਾਹਮਣੇ ਆਉਣਾ ਜ਼ਰੂਰੀ ਸੀਗਾ। ਕੇਪੀ ਜੀ ਤੁਸੀਂ ਤਾਂ ਫਿਰ ਵੀ ਇਹਨਾਂ ਦੇ ਮੂੰਹ ਚੋਂ ਕਢਵਾ ਲਿਆ। ਜੇ ਤੁਸੀਂ ਉਹਦੇ ਮੂੰਹ ਚੋਂ ਸਪੋਰਟ ਨਾ ਵੀ ਇਹਨਾਂ ਦੇ ਮੂੰਹ ਚ ਦੇਖੋ, ਫਿਰ ਮੈਨੂੰ ਸਮਝ ਨਹੀਂ ਆ ਰਿਹਾ। ਅਸੀਂ ਡਿਬੇਟ ਕਰ ਰਹੇ, ਮੈਨੂੰ ਵਿੱਚ ਡਿਸਟਰਬੈਂਸ ਆ ਰਹੀ ਹੈ। ਕੀ ਕੇਪੀ ਜੀ ਆਪਾਂ ਚੁੱਪ ਕਰਨਾ ਕਿ ਨਹੀਂ ਕਰਨਾ ਸਰ? ਕਲੀਅਰ ਦੱਸ ਦਿਓ ਸਰ। ਮੈਂ ਬਹੁਤ ਸੰਜੀਦਗੀ ਨਾਲ ਡਿਬੇਟ ਚਲਾਉਣਾ ਚਾਹੁੰਦਾ। ਭੁੱਲਰ ਸਾਹਿਬ ਮੈਨੂੰ ਦੱਸ ਦਿਓ, ਤੁਸੀਂ ਚੁੱਪ ਕਰਨਾ ਕਿ ਨਹੀਂ ਕਰਨਾ? ਇੱਕ ਮਿੰਟ ਸਰ ਦੱਸ ਦਿਓ ਪਲੀਜ਼। ਮੈਂ ਜੋ ਤੁਹਾਨੂੰ ਬੁਲਾਉਂਗਾ ਸਰ ਬੋਲ ਨਹੀਂ ਹੋਣਾ। ਕੌਣ ਮਨਾ ਕਰ ਰਿਹਾ ਸਰ ਤੁਹਾਨੂੰ? ਕੌਣ ਮਨਾ ਕਰ ਰਿਹਾ ਸਰ ਤੁਹਾਨੂੰ? ਭੁੱਲਰ ਸਾਹਿਬ ਆਪਾਂ ਇਦਾਂ ਡਿਬੇਟ ਨੂੰ ਡਿਸਟਰਬ ਕਰਾਂਗੇ ਸਰ? ਪਲੀਜ਼ ਸਰ ਮੇਰੀ ਬੇਨਤੀ ਹੈ, ਪਲੀਜ਼ ਸਰ ਮੇਰੀ ਬੇਨਤੀ ਹੈ। ਭੁੱਲਰ ਸਾਹਿਬ ਇੱਕ ਮਿੰਟ ਤੁਸੀਂ ਬੋਲੋ। ਇੱਕ ਮਿੰਟ ਜਸਤੇਜ ਜੀ ਚੁੱਪ ਰਹੀਓ। ਹਾਂ ਭੁੱਲਰ ਸਾਹਿਬ ਬੋਲੋ, ਕੀ ਬੋਲਣਾ ਸਰ? ਉਸ ਤੋਂ ਬਾਅਦ ਬੋਲਿਓ ਨਾ ਸਰ, ਮੈਂ ਦੂਜੇ ਮੈਨੂੰ ਟਾਈਮ ਦੇ ਰਹਾ ਪਲੀਜ਼। ਔਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਿਹੜੀ ਤੁੰਦਬਾਜ਼ੀਆਂ ਝੂਠੀਆਂ ਲਾਉਣੀਆਂ ਸ਼ੁਰੂ ਕਰਦੇ ਆ, ਚੋਰ ਚੋਰ ਮਸੇਰੇ ਭਾਈ ਜਿਹੜੇ ਬਣੇ ਆ ਤਾਏ ਨਾਲੇ, ਇਹ ਭੁੱਲ ਜਾਣ ਜਿਹੜੇ ਕਾਤਲਾਂ ਦੀ ਪਾਰਟੀ ਨਾਲ ਜਾ ਕੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਕਤਲ ਕੀਤਾ, ਨੌਜਵਾਨੀ ਦਾ ਕਤਲ ਕੀਤਾ, ਦਿੱਲੀ ਦੇ ਵਿੱਚ ਕਤਲੇਆਮ ਕੀਤਾ, ਉਹਦੇ ਜਿਹੜੇ ਪੈਰ ਫੜ ਕੇ ਬੈਠੇ ਆ, ਇਹ ਭੁੱਲ ਜਾਣੇ ਕਿ ਅਸੀਂ ਚੁੱਪ ਚਲੋ ਕਰਾਂਗੇ। ਠੀਕ ਹੈ ਭੁੱਲਰ ਸਾਹਿਬ, ਤੁਹਾਡੀ ਗੱਲ ਆ ਗਈ ਹੁਣ, ਤੁਹਾਡੀ ਗੱਲ ਆ ਗਈ। ਭੁੱਲਰ ਸਾਹਿਬ ਹੁਣ ਨਾ ਬੋਲਿਓ ਪਲੀਜ਼। ਹਾਂ ਜਸਤੇਜ ਆਪਣੀ ਗੱਲ ਰੱਖੋ। ਮੈਂ ਤਾਂ ਕਹਿ ਰਿਹਾ ਜਿੰਨਾ ਭੁੱਲਰ ਸਾਹਿਬ ਬੋਲਦੇ ਆ ਨਾ, ਉਹਨਾਂ ਬੇਨਕਾਬ ਹੁੰਦਾ ਅਕਾਲੀ ਦਲ। ਹੁਣ ਵੀ ਦੇਖੋ ਕਿਹੋ ਜਿਹੀ ਗੱਲਾਂ ਕਰ ਰਹੇ ਆ, ਨਾ ਸਿਰ ਨਾ ਪੈਰ। ਪਰ ਇੱਕ ਗੱਲ ਕਲੀਅਰ ਹੋ ਗਈ ਕਿ ਇਹ ਉਹ ਵਾਹਿਦ ਪਾਰਟੀ ਹੈ ਜਿਹੜਾ ਲੋਕਾਂ ਦੇ ਜੇ ਖੂਨ ਹੁੰਦੇ ਆ, ਦਰਿੰਦਗੀ ਹੁੰਦੀ ਹੈ। ਜਸਤੇਜ ਜੀ ਇੱਕ ਮਿੰਟ ਮੇਰੀ ਬੇਨਤੀ। ਜਸਤੇਜ ਜੀ ਇੱਕ ਮਿੰਟ ਸੁਣੋ। ਜਸਤੇਜ ਇੱਕ ਮਿੰਟ ਸਰ ਜਸਤੇਜ ਜੀ ਸੁਣ ਲਓ ਨਾ ਸਰ, ਸੁਣ ਲਓ। ਮੈਂ ਤੁਹਾਡੀ ਗੱਲ ਅੱਗੇ ਵਧਾ ਰਿਹਾ। ਜਸਤੇਜ ਜੀ ਐਨਡੀਏ ਕੋਲੇ ਸਰ 38 ਪਲੱਸ ਪਾਰਟੀਆਂ ਸਰ, ਉਹਨਾਂ ਨਾਲ ਕੋਈ ਹੋਰ ਨਹੀਂ ਖੜਾ ਹੋਊਗਾ ਸਰ? ਤੁਸੀਂ ਇਹ ਕਿਵੇਂ ਸੋਚ ਲਿਆ ਕਿ ਸਾਰੇ ਤੁਹਾਡੇ ਨਾਲ ਹੀ? ਜਸਤੇਜ ਜੀ 38 ਪਾਰਟੀਆਂ ਦੀ ਗੱਲ ਕਰ ਰਹੇ ਹੋ ਕੇਪੀ ਜੀ? ਇਹ ਤਾਂ ਪੁੱਛੋ ਕਿ ਉਹ 38 ਪਾਰਟੀਆਂ ਚੋਂ 15 ਪਾਰਟੀਆਂ ਇਹੋ ਜਿਹੀਆਂ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਤੋਂ ਰਿਕੋਗਨਾਈਜ਼ ਨਹੀਂ ਹੈ। ਫਿਰ ਜਿਹੜੇ ਐਨਸੀਪੀ ਤੋੜ ਕੇ ਟੁੱਟੇ ਹੋਏ ਫੈਕਸ਼ਨ ਲਏ ਹੋਏ ਆ, ਕਦੇ ਐਨਸੀਪੀ ਤੋੜਤੀ, ਕਦੇ ਸ਼ਿੰਦੇ ਵਾਲਾ ਤੋੜਤਾ, ਕਦੇ ਪਵਾਰ ਤੋੜਤਾ। ਤੇ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਹਾਲਾਤ ਇਹ ਨੇ ਕਿ ਇਹ ਗੋਡਿਆਂ ਭਰ ਜਾ ਕੇ ਚਲੋ ਮੁਖਤਾਰ ਅੰਸਾਰੀ ਦੇ ਬੇਟੇ ਉਸ ਤੋਂ ਸਪੋਰਟ ਲੈ ਕੇ ਬੈਠੇ ਹੋਏ ਆ। ਹੁਣ ਰੁਕ ਜਾਓ ਇਹ ਹਾਲਾਤ ਹੈ। ਪਰ ਮੇਰੀ ਗੱਲ ਸੁਣੋ, ਮਨੀਪੁਰ ਦੇ ਮੁੱਦੇ ਨੂੰ ਅਸੀਂ ਡਿਰੇਲ ਨਾ ਹੋਣ ਦਈਏ। ਮੈਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹਨਾ, ਜੇ ਤੁਸੀਂ ਮੈਨੂੰ 2-3 ਮਿੰਟ ਦੇ ਸਕਦੇ ਹੋ। ਮੈਂ ਅਗਲੇ ਸੈਗਮੈਂਟ ਦੇਣਾ 1.5 ਮਿੰਟ ਦੇ ਦੂੰਗਾ ਤੁਹਾਨੂੰ। ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। 1.5 ਮਿੰਟ ਆਮ ਆਦਮੀ ਪਾਰਟੀ ਨੂੰ ਦੇਵਾਂਗੇ, 1 ਮਿੰਟ ਅਕਾਲੀ ਦਲ ਨੂੰ ਦੇਵਾਂਗੇ, ਬਾਕੀ ਧਿਰਾਂ ਨੂੰ 1-1 ਮਿੰਟ ਦਿੱਤਾ ਜਾਊਗਾ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਦੇਸ਼ ਦੀ ਸੰਸਦ 'ਚ ਬੇਭਰੋਸਗੀ ਮਤੇ ਵਾਲੀ ਨੌਬਤ ਆਈ ਕਿਉਂ? ਮੈਂ ਤੁਹਾਡੇ ਕੋਲ ਆ ਰਿਹਾ, ਮੈਂ ਖਡਿਆਲ ਸਾਹਿਬ, ਨਾਰੰਗ ਸਾਹਿਬ, 1 ਮਿੰਟ ਮੈਨੂੰ ਦੇ ਦਿਓ। ਜਸਤੇਜ ਜੀ ਜਿਹੜੀ ਤੁਹਾਡੀ ਦੋਨਾਂ ਦੀ ਆਪਸੀ ਬਹਿਸ ਹੈ ਨਾ, ਤੁਹਾਡੀ ਤੇ ਅਕਾਲੀ ਦਲ ਦੀ, ਉਹਨਾਂ ਨੇ ਬੀਜੇਪੀ ਨੂੰ ਆਰਾਮ ਕਰਨ ਦਾ ਮੌਕਾ ਦਿੱਤਾ ਸਰ। ਜਸਤੇਜ ਜੀ ਬੋਲੋ, 1.5 ਮਿੰਟ ਹੈ ਤੁਹਾਡੇ ਕੋਲ ਪੂਰਾ।
ਤੁਹਾਨੂੰ ਵੀ ਪਤਾ ਕਿ ਕਿੰਨੇ ਇਹ ਜਾਣਬੁੱਝ ਕੇ ਕੀਤਾ ਗਿਆ, ਬਟ ਐਨੀ ਹਾਊ ਦੇਖੋ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀਗੀ ਨਾ ਡਿਵਾਈਡ ਐਂਡ ਰੂਲ ਦੀ, ਅੱਜ ਭਾਜਪਾ ਦੀ ਸੈਂਟਰਲ ਗਵਰਨਮੈਂਟ ਉਹੀ ਕੰਮ ਕਰ ਰਹੀ ਹੈ, ਭਾਵੇਂ ਪੰਜਾਬ 'ਚ ਹੋਵੇ ਭਾਵੇਂ ਉੱਥੇ ਹੋਵੇ। ਤੁਸੀਂ ਆਹ ਦੇਖੋ ਇਹ ਜਿਹੜਾ ਡਿਊਹਿਊਮਨਾਈਜੇਸ਼ਨ ਹੋਈ ਹੈ ਹੁਣ ਨਹੀਂ ਸਟਾਰਟ ਹੋਈ, ਇਹ ਘੱਟੋ ਘੱਟ 1 ਸਾਲ ਹੋ ਗਿਆ। ਮੈਂ ਤੁਹਾਨੂੰ ਦੱਸ ਦਿੰਦਾ ਕਿ 17 ਕੁੱਕੀ ਮਿਲੀਟੈਂਟਸ ਦੇ ਗਰੁੱਪਸ ਨੇ ਭਾਜਪਾ ਨੂੰ 2022 ਦੇ ਵਿੱਚ ਸਪੋਰਟ ਦਿੱਤੀ ਸੀਗੀ, ਐਂਡ ਅੱਜ ਜਿਵੇਂ ਹੀ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਕੁੱਕੀਆਂ ਦੇ ਖਿਲਾਫ, ਨਾਗਾ ਦੇ ਖਿਲਾਫ, ਕਿਉਂਕਿ ਮਿਤਈ ਭਾਈਚਾਰਾ ਜਿਹੜਾ ਸੀਗਾ ਉਹ ਅਸੈਂਬਲੀ ਦੇ ਵਿੱਚ ਮਨੀਪੁਰ 'ਚ ਜ਼ਿਆਦਾ ਹੈ, ਇਸ ਕਰਕੇ ਜਿਹੜੇ ਟ੍ਰਾਈਬਲ ਸੀਗੇ ਉਹਨਾਂ ਦੇ ਖਿਲਾਫ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੰਮ ਕੀਤਾ ਗਿਆ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਹੁਕਿਪ ਨਾਮ ਦਾ ਜਿਹੜਾ ਇੱਕ ਸੋਸ਼ਲ ਐਕਟਿਵਿਸਟ ਸੀਗਾ, ਉਹਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਜੋ ਟ੍ਰਾਈਬਲਸ ਦੇ ਖਿਲਾਫ ਇਹਨਾਂ ਨੇ ਕੰਮ ਕੀਤੇ, ਖਿਲਾਫ ਇਹਨਾਂ ਦੇ, ਉਹਨਾਂ ਨੂੰ ਉਹ ਐਕਸਪੋਜ਼ ਕਰਦਾ ਸੀਗਾ। ਇਹਨਾਂ ਨੇ ਕੀ ਕੀਤਾ, 24 ਮਈ 2022 ਨੂੰ ਉਹਨੂੰ ਉਹਦੇ ਖਿਲਾਫ ਇੱਕ ਕੇਸ ਦਰਜ ਕਰਕੇ ਉਹਨੂੰ ਅੰਦਰ ਕਰਤਾ। ਹੁਣ ਉਹਦੇ ਹੱਕ ਦੇ ਵਿੱਚ ਜਦੋਂ ਲੋਕ ਨਿਤਰੇ ਤੇ ਤੁਹਾਨੂੰ ਪਤਾ ਇਹਨਾਂ ਨੇ ਕੀ ਕਹਿਣਾ ਸ਼ੁਰੂ ਕਰਤਾ, ਇਹ ਕਹਿੰਦੇ ਇਹ ਤਾਂ ਇਲੀਗਲ ਘੁਸਪੈਠੀ ਹੈ ਮਿਆਂਮਾਰ ਤੋਂ। ਜਸੇਜ ਜੀ ਤੁਹਾਡਾ ਟਾਈਮ ਹੁਣ ਹੋ ਗਿਆ ਸਰ, ਬਹੁਤ ਇੰਪੋਰਟੈਂਟ ਗੱਲ ਹੈ, ਮੈਂ ਮੁੱਦੇ ਦੇ ਉੱਪਰ ਜਲਦੀ ਕਰ ਲਓ ਸਰ, ਜਲਦੀ ਕਰ ਲਓ, ਟਾਈਮ ਹੋ ਗਿਆ ਤੁਹਾਡਾ, ਪਲੀਜ਼ ਜਲਦੀ ਕਰ ਲਓ ਪਲੀਜ਼। ਹੁਣ ਜਦੋਂ ਉਹਨੂੰ ਇਲੀਗਲ ਘੁਸਪੈਠੀਆ ਕਹਿਤਾ, ਕਿਵੇਂ, ਕਿਉਂ? ਕਿਉਂਕਿ ਇਹਨਾਂ ਦੇ ਖਿਲਾਫ ਜੋ ਵੀ ਬੋਲਦਾ ਹੈ, ਕਦੀ ਕਹਿੰਦੇ ਪਾਕਿਸਤਾਨ ਚਲੇ ਜਾਓ, ਕਦੇ ਮਿਆਂਮਾਰ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਉੱਥੇ ਹੈਗਾ ਤੇਲ ਦਾ, ਆਇਲ ਦਾ ਰਿਜ਼ਰਵ ਜਿਹੜਾ ਮਨੀਪੁਰ ਦੇ ਵਿੱਚ ਹੈ, ਤੇ ਇਹਨਾਂ ਦਾ ਜੋ ਇਰਾਦਾ ਹੈ ਇਹ ਇਹਨਾਂ ਨੇ ਅਫੀਮ ਦੀ ਖੇਤੀ ਦਾ ਇੱਕ ਬਹਾਨਾ ਬਣਾ ਕੇ ਉੱਥੇ ਦੇ ਟ੍ਰਾਈਬਲਸ ਦਾ ਜਿਹੜਾ ਖੇਤ ਹੈ ਉਹਨਾਂ ਨੂੰ ਕਬਜ਼ਾ ਲਿਆ। ਠੀਕ ਹੈ ਜਸੇਜ ਜੀ, ਹੁਣ ਰੁਕ ਜਾਓ, ਜਸੇਜ ਜੀ ਹੁਣ ਰੁਕ ਜਾਓ, ਹੁਣ ਰੁਕ ਜਾਓ ਪਲੀਜ਼, ਜਸੇਜ ਜੀ ਹੁਣ ਰੁਕ ਜਾਓ ਪਲੀਜ਼, ਜਸੇਜ ਜੀ ਹੁਣ ਰੁਕ ਜਾਓ, ਹੁਣ ਰੁਕ ਜਾਓ, ਜਸੇਜ ਜੀ ਰੁਕ ਜਾਓ ਪਲੀਜ਼, ਉਹ ਖੇਤਾਂ ਦੇ ਪਲੀਜ਼ ਜਸੇਜ ਜੀ ਰੁਕ ਜਾਓ ਸਰ, ਰੁਕ ਜਾਓ ਸਰ, ਤੁਹਾਡੇ ਪੁਆਇੰਟ ਕਲੀਅਰ ਹੋ ਗਏ ਸਰ, ਮੈਂ ਤੁਹਾਨੂੰ ਕਿਸੇ ਨੂੰ ਰੋਕਦਾ ਨਹੀਂ ਪਿਆ ਸਰ, ਮੈਂ ਤੁਹਾਨੂੰ ਪੂਰਾ ਟਾਈਮ ਦੇ ਰਿਹਾ। ਇੱਕ ਮਿੰਟ ਰੁਕ ਜਾਓ ਹੁਣ ਸਰ, ਮੈਂ ਤੁਹਾਨੂੰ ਟਾਈਮ ਜਿਹੜਾ ਫਿਕਸ ਕੀਤਾ ਸੀਗਾ ਸਰ, ਹੁਣ ਰੁਕ ਜਾਓ ਪਲੀਜ਼, ਮੇਰੀ ਬੇਨਤੀ। ਇੱਕ ਮਿੰਟ ਰੁਕ ਜਾਓ ਜਸੇਜ ਜੀ, ਹੁਣ ਰੁਕ ਜਾਓ ਪਲੀਜ਼, ਜਸੇਜ ਜੀ ਪਲੀਜ਼ ਸਰ, ਪਲੀਜ਼, ਜੇ ਅਕਾਲੀ ਦਲ ਨੇ ਸੁਣ ਲਈ ਹੁਣ ਸਰ ਤੁਸੀਂ ਨਹੀਂ ਸੁਣਦੇ ਪਏ। ਇੱਕ ਮਿੰਟ ਸਰ ਰੁਕ ਜਾਓ ਜਸੇਜ ਜੀ, ਰੁਕ ਜਾਓ ਜਸੇਜ ਜੀ, ਰੁਕ ਜਾਓ ਸਰ, ਰੁਕ ਜਾਓ ਪਲੀਜ਼, ਪਲੀਜ਼ ਰੁਕ ਜਾਓ। हाँ लकेश नारंग साहब जो आम आदमी पार्टी ने पॉइंट गिनाए है ਉਹਦੇ ਵਿੱਚ ਤਾਂ ਐਂ ਲੱਗਦਾ ਪਿਆ ਕਿ ਤੁਸੀਂ ਇਸ ਮਾਮਲੇ ਨੂੰ ਤੂਲ ਦਿੱਤਾ ਵੀ ਹਾਂ ਭਾਈ ਵਧੋ ਅੱਗੇ, ਇਹ ਪੂਰੇ ਦੇਸ਼ ਵਿੱਚ ਮਾਡਲ ਜਾਊਗਾ। ਸਰ ਉਹਦਾ ਮੈਸੇਜ ਤਾਂ ਇਹ ਜਾ ਰਿਹਾ ਨਾਰੰਗ ਸਾਹਿਬ। ਏਪੀ ਜੀ ਇਹ ਝੂਠ ਬੋਲਣ ਵਾਲੇ ਲੋਕ ਨੇ, ਇਹਨਾਂ ਨੇ 2013 ਚ ਸਭ ਤੋਂ ਵੱਧ ਕਾਂਗਰਸ ਤੇ ਇਲਜ਼ਾਮ ਲਾਏ ਸੀ, ਪਰ ਅੱਜ ਉਹਦੇ ਨਾਲ ਭਰਾ ਬਣੇ ਬੈਠੇ ਨੇ। ਉਹਨੂੰ ਛੱਡੋ ਨਾ ਸਰ, ਕਾਂਗਰਸ ਦੇ ਭਰਾ ਬਣੇ ਕੇ ਸਾਰੇ ਐਨਡੀਏ ਤੇ ਇੰਡੀਆ ਦਾ ਸ਼ਕਤੀ ਪਰਿਸ਼ਦ ਦੇ ਥੋੜੀ ਡਿਬੇਟ ਕਰ ਰਹੇ ਹੋ ਨਾ, ਤੁਸੀਂ ਮੈਨੂੰ ਮੇਰੇ ਟਾਈਮ ਚ ਬੋਲਣ ਸਰ ਬੋਲੋ ਨਾ ਸਰ, ਬੋਲੋ ਸਰ ਆਪਣਾ ਟਾਈਮ। ਇੱਕ ਮਿੰਟ ਜਸੇਜ ਜੀ ਪਲੀਜ਼, ਜਸੇਜ ਜੀ ਪਲੀਜ਼, ਜਸੇਜ ਜੀ ਤੁਸੀਂ ਡਿਕਟੇਟ ਨਾ ਕਰੋ ਸਰ, ਜਸੇਜ ਜੀ ਤੁਸੀਂ ਡਿਕਟੇਟ ਨਾ ਕਰੋ ਪਲੀਜ਼, ਨਾ ਮੇਰੀ ਗੱਲ ਆ ਰਹੀ ਹੈ ਪੂਰੀ। ਜਸੇਜ ਜੀ ਤੁਸੀਂ ਡਿਕਟੇਟ ਨਾ ਕਰੋ ਪਲੀਜ਼, ਇੱਕ ਮਿੰਟ ਰੁਕ ਜਾਓ। ਹਾਂ ਨਾਰੰਗ ਸਾਹਿਬ ਬੋਲੋ ਸਰ, ਜਾਂ ਤਾਂ ਮੈਨੂੰ ਮੇਰੀ ਗੱਲ ਬੋਲੋ ਸਰ, ਬੋਲੋ, ਕੌਣ ਰੋਕ ਰਿਹਾ ਸਰ, ਕੌਣ ਰੋਕ ਰਿਹਾ? ਮੁੱਦੇ ਤਾਂ ਕਰੋ, ਬੋਲੋ ਨਾਰੰਗ ਸਾਹਿਬ ਬੋਲੋ। ਏਪੀ ਜੀ ਜੇ ਤਾਂ ਇਹਨਾਂ ਦੇ ਵਿੱਚ ਬੋਲਣਾ ਫਿਰ ਨਹੀਂ ਬੋਲਣਗੇ ਸਰ, ਨਹੀਂ ਬੋਲਣਗੇ ਸਰ, ਅਕਾਲੀ ਦਲ ਤਾਂ ਤੁਸੀਂ ਇਹਨਾਂ ਨੂੰ ਬੜੀ ਸ਼ਰਮਨਾਕ ਗੱਲ ਹੈ ਜਸਤੇਜ ਜੀ ਲਈ। ਤੁਸੀਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਵੈਸਟ ਬੰਗਾਲ ਨਹੀਂ ਦਿਖਦਾ, ਵੀ ਵੈਸਟ ਬੰਗਾਲ ਤੇ ਤੁਹਾਡਾ ਕੀ ਕਮੈਂਟ ਆ, ਤਾਂ ਜਸਤੇਜ ਜੀ ਨੇ ਕੋਈ ਕਮੈਂਟ ਦੇਣਾ ਵਾਜਬ ਨਹੀਂ ਸਮਝਿਆ। ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਕਿ ਜਿਹੜੀ ਗੱਲਾਂ ਇਹ ਕਰਦੇ ਨੇ ਨਾ, ਇਹਨਾਂ ਨੇ ਪਹਿਲਾਂ ਕੇਜਰੀਵਾਲ ਸਾਹਿਬ ਨੇ ਮਜੀਠੀਏ ਤੇ ਲਾਏ ਸੀ ਇਲਜ਼ਾਮ, ਆ ਕੇ ਮਾਫੀ ਮੰਗੀ। 2013 ਤੋਂ ਇਹ ਪਾਰਟੀ ਝੂਠ ਦੀ ਪਾਰਟੀ ਆ ਤੇ ਇਹਨਾਂ ਦੀ ਗੱਲਾਂ ਨੂੰ ਕੋਈ ਬਹੁਤੀ ਤਵੱਕੋ ਨਹੀਂ ਦੇਣੀ ਚਾਹੀਦੀ। ਥੋੜੀ ਹੈ ਸਰ, ਇਹ ਝੂਠ ਬੋਲਦੇ ਹੋਣਗੇ ਸਰ, ਤੁਸੀਂ ਕਹਿ ਲਓ ਮਣੀਪੁਰ ਝੂਠ ਥੋੜੀ ਹੈ ਸਰ। ਤੁਸੀਂ ਦੇਖੋ, ਮੈਨੂੰ ਮੇਰੀ ਗੱਲ ਨਹੀਂ ਕੰਪਲੀਟ ਕਰਨ ਦੇਣੀ ਤਾਂ ਮੈਂ ਛੱਡ ਦਿੰਦਾ ਸਰ, ਤੁਸੀਂ ਗੱਲ ਹੀ ਨਹੀਂ ਕੰਪਲੀਟ ਕਰਨ ਦਿੰਦੇ। ਸਰ ਪਰ ਡਿਬੇਟ ਨੂੰ ਪਾਸੇ ਕਿਉਂ ਕਰ ਰਹੇ ਆ ਨਾਰੰਗ ਸਾਹਿਬ? ਮੇਰੀ ਡਿਊਟੀ ਹੈ ਸਰ, ਡਿਬੇਟ ਨੂੰ ਇਹਨਾਂ ਨੇ ਜਦੋਂ ਪਾਸੇ ਕੀਤਾ ਤੁਸੀਂ ਇਹਨਾਂ ਨੂੰ ਤਾਂ ਕੁਝ ਨਹੀਂ ਕਿਹਾ, ਜਦੋਂ ਬਾਕੀ ਡਿਬੇਟ ਨੂੰ ਪਾਸੇ ਕਰਦੇ ਤੁਸੀਂ ਉਹਨਾਂ ਨੂੰ ਤਾਂ ਕੁਝ ਨਹੀਂ ਕਹਿੰਦੇ। ਮੈਂ ਤੇ ਜਵਾਬ ਦੇਣਾ, ਤੁਸੀਂ ਸੁਣਨਾ ਨਹੀਂ ਚਾਹ ਰਹੇ। ਨਾਰੰਗ ਸਾਹਿਬ ਚੰਗਾ ਡਿਫੈਂਸ ਹੈ ਤੁਹਾਡਾ, ਬੋਲੋ ਸਰ, ਬੋਲੋ ਸੁਣਨਾ ਹੀ ਨਹੀਂ ਚਾਹ ਰਹੇ, ਬੋਲੋ ਸਰ, ਬੋਲੋ। ਅੱਛਾ ਡਿਫੈਂਸ ਦੋ ਟੇਕ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ ਤੇ ਸਾਨੂੰ ਵਿੱਚ ਦੇ ਰਹੇ ਹੋ ਤੇ ਵਿੱਚ ਇੰਟਰਪਟ ਕਰ ਰਹੇ ਹੋ। ਬੋਲੋ ਸਰ, ਬੋਲੋ ਨਾਰੰਗ ਸਾਹਿਬ ਬੋਲੋ। ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਇਲਜ਼ਾਮ ਸ਼ੀਲਾ ਦੀਕਸ਼ਿਤ ਤੇ, ਸਲਮਾਨ ਖੁਰਸ਼ੀਦ ਤੇ, ਕਪਿਲ ਸਿੱਬਲ ਤੇ, ਲਾਲੂ ਪ੍ਰਸਾਦ ਯਾਦਵ ਤੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸੀ, ਔਰ 10 ਸਾਲ 'ਚ ਇੱਕ ਵੀ ਸਬੂਤ ਨਹੀਂ ਪੇਸ਼ ਕਰ ਸਕੇ। ਤੇ ਇਸ ਲਈ ਇਹਨਾਂ ਦੇ ਕਹਿਣ ਔਰ ਕਰਨ 'ਚ ਬਹੁਤ ਫਰਕ ਆ। ਇਹ ਜਿਹਦੇ ਤੇ ਇਲਜ਼ਾਮ ਲਾਉਂਦੇ ਨੇ ਉਸ ਤੋਂ ਮਾਫੀ ਮੰਗਦੇ ਨੇ ਜਾਂ ਉਸ ਦੇ ਨਾਲ ਜਾ ਕੇ ਗਲੇ ਮਿਲ ਲੈਂਦੇ ਨੇ। ਤੁਹਾਡੀ ਗੱਲ ਪੂਰੀ ਹੋ ਗਈ ਸਰ, ਗੱਲਾਂ ਨੂੰ ਕੋਈ ਤਵੱਕੋ ਨਹੀਂ ਦੇਣੀ ਚਾਹੀਦੀ ਸਰ। ਤੁਹਾਡੀ ਗੱਲ ਪੂਰੀ ਹੋ ਗਈ ਸਰ। ਹੁਣ ਮਣੀਪੁਰ ਤੇ ਆ ਜਾਓ ਸਰ, ਮਣੀਪੁਰ ਤੇ ਆ ਜਾਓ ਨਾਰੰਗ ਸਾਹਿਬ। ਸਰ ਮਣੀਪੁਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਜਵਾਬ ਦੇ ਚੁੱਕਾ।
ਤੁਸੀਂ ਬਾਰ-ਬਾਰ ਮੈਂ ਤੁਹਾਡੇ ਮੁਤਾਬਕ ਸਰ ਜਵਾਬ ਮੈਂ ਨਹੀਂ ਸਵਾਲ ਦੇਣਾ। ਕਰਦਾ ਮਨੀਪੁਰ ਤੇ ਨਾਰੰਗ ਸਾਹਿਬ, ਮੈਨੂੰ ਇਹ ਦੱਸੋ ਮੈਂ Chief ਤੁਹਾਨੂੰ Minister- ਮਨੀਪੁਰ ਇੱਕ ਮਿੰਟ ਤੇ ਸਰ ਸੁਣ ਲਓ ਹੁਣ, ਜਵਾਬ ਸਰ ਸੁਣ ਲਓ ਦਿੱਤਾ ਸਵਾਲ ਸੁਣੋ ਸਰ। ਚੀਫ ਮਿਨਿਸਟਰ ਅਸਤੀਫਾ ਕਿਉਂ ਨਹੀਂ ਦੇ ਰਿਹਾ ਸਰ? ਜਿਹੜੇ ਮੁਲਜ਼ਮ ਬਾਕੀ ਫੜਨੇ ਸਰ ਉਹਨਾਂ ਲਈ ਕੀ ਕੀਤਾ ਸਰ ਤੁਸੀਂ ਦੱਸੋ ਸਰ। ਤਾਂ ਜਿਹੜਾ ਚੀਫ ਮਿਨਿਸਟਰ ਦਾ ਅਸਤੀਫਾ, ਉੱਥੇ ਕੋਈ ਸਟੇਬਲ ਗਵਰਨਮੈਂਟ ਆ, ਕੋਈ ਅਸਤੀਫੇ ਦੀ ਜ਼ਰੂਰਤ ਨਹੀਂ ਹੈ, ਕਾਰਵਾਈ ਹੋ ਰਹੀ ਆ ਜਿਨ੍ਹਾਂ ਦੇ ਖਿਲਾਫ Stable government ਹੈ। ਜਿਸ ਤਰ੍ਹਾਂ ਸਟੇਟ ਹੀ ਹੱਸੋ ਨਾ, ਤੁਹਾਨੂੰ ਤਾਂ ਸੰਵਿਧਾਨ ਵੀ ਨਹੀਂ ਪਤਾ, ਤੁਹਾਡੇ ਮੁੱਖ ਮੰਤਰੀ ਨੂੰ ਤਾਂ ਆਰਟੀਕਲ 167 ਨਹੀਂ ਆਂਦਾ, ਉਹਨੂੰ ਪੜਨਾ ਨਹੀਂ ਆਂਦਾ, ਚਲੋ। ਤੁਸੀਂ ਉਹਨੂੰ ਸਲਾਹ ਨਹੀਂ ਦਿੰਦੇ ਕਿ ਭਾਈ ਜਾ ਜਸਤੇਜ ਇਦਾਂ ਨਾ ਕਰੋ, ਜਸਤੇਜ ਇਦਾਂ ਨਾ ਕਰੋ ਪਲੀਜ਼, ਇਦਾਂ ਨਾ ਕਰੋ, ਇਦਾਂ ਨਾ ਕਰੋ ਨਾ ਇਹ ਤੁਹਾਡਾ ਪੁਆਇੰਟ ਹੈ, ਜਸਤੇਜ ਤੁਹਾਡਾ ਪੁਆਇੰਟ ਹੈ, ਰੁਕ ਜਾਓ ਜਸਤੇਜ ਇੱਕ ਮਿੰਟ ਰੁਕ ਜਾਓ ਸਰ, ਇਦਾਂ ਨਾ ਕਰੋ, ਇੱਕ ਮਿੰਟ ਰੁਕ ਜਾਓ ਜਸਤੇਜ ਜੀ, ਰੁਕ ਜਾਓ ਸਰ, ਇਦਾਂ ਨਾ ਕਰੋ ਜਸਤੇਜ ਜੀ, ਇਦਾਂ ਨਾ ਕਰੋ। ਪੁੱਲਰ ਸਾਹਿਬ ਇੱਕ ਮਿੰਟ, ਪੁੱਲਰ ਸਾਹਿਬ ਮਣੀਪੁਰ ਦੇ ਵਿੱਚ ਸਟੇਬਲ ਗਵਰਨਮੈਂਟ ਹੈ, ਸਟੇਬਲ ਸਟੇਟ ਹੈ ਪੁੱਲਰ ਸਾਹਿਬ? ਦੇਖੋ केपी जी, मैं फिर उस गल ते आऊंगा, अगर मणिपुर च जग लगी हुई है, स्टेबल गवर्नमेंट नहीं हैगी, स्टेबल स्टेट नहीं हैगी, ਅਸੀਂ ਮੰਨਦੇ ਇਸ ਚੀਜ਼ ਨੂੰ, ਲੇਕਿਨ ਅਗਰ ਪੰਜਾਬ ਨੂੰ ਲਈਏ ਤਾਂ ਪੰਜਾਬ ਵੀ ਉਸੇ ਲੈਵਲ ਦੇ ਉੱਤੇ ਹੀ ਹੈ। ਇੱਥੇ ਅਮਰਤਪਾਲ ਵਾਲੇ ਇਸ਼ੂ ਦੇ ਉੱਤੇ ਜਿਸ ਤਰੀਕੇ ਨਾਲ 1 ਮਹੀਨੇ ਤੱਕ ਇੰਟਰਨੈਟ ਬੰਦ ਰਹੇ, ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਚੱਕ ਕੇ ਅੰਦਰ ਧੱਕਿਆ, ਜਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚੋਂ ਵੀਡੀਓ ਬਣ ਕੇ ਆ ਰਹੀਆਂ ਨੇ, ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਡਰੱਗਸ ਔਰ ਪੰਜਾਬ ਦੇ ਜਿਹੜਾ ਮਾਫੀਆ ਹੈਗਾ ਗ੍ਰੈਬ ਕਰ ਰਿਹਾ ਸਾਰਾ ਕੁਝ, ਜਿਸ ਤਰੀਕੇ ਨਾਲ ਕੋਠੀਆਂ ਉੱਤੇ ਲੋਕਾਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਐਮਐਲਏ ਵੱਲੋਂ, ਇਹ ਕਟਾਰੂ ਚੱਕ ਵਰਗੇ ਮਾਮਲੇ ਹੋ ਰਹੇ ਨੇ ਕਿ ਪੰਜਾਬ ਸਟੇਟ ਜਿਹੜੀ ਸਟੇਬਲ ਹੈ। ਚਲੋ ਫਿਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਜ਼ਾਈਨ ਕਰਨਾ ਚਾਹੀਦਾ। ਚਲੋ ਠੀਕ ਹੈ ਪੁੱਲਰ ਸਾਹਿਬ, ਤੁਹਾਡਾ ਮੇਰਾ ਜਵਾਬ ਨਹੀਂ ਸਰ ਜਸਤੇਜ ਜੀ ਆਪਣੇ ਆਪ ਨਹੀਂ ਸਰ ਜਵਾਬ ਦੇਣਾ, ਮੈਂ ਪੁੱਛ ਲੂੰਗਾ ਸਰ, ਸਵਾਲ ਮੈਨੂੰ ਪੁੱਛਣਾ ਹੁੰਦਾ। ਇੱਕ ਮਿੰਟ ਮਿਸਟਰ ਖੜਿਆਲ, ਲਾਸਟ ਕਮੈਂਟ ਮਿਸਟਰ ਖੜਿਆਲ, ਇੱਕ ਮਿੰਟ ਹੈ ਤੁਹਾਡੇ ਕੋਲ। ਖੜਿਆਲ ਸਾਹਿਬ ਕੁੱਲ ਮਿਲਾ ਕੇ ਮੈਨੂੰ ਇਉਂ ਲੱਗਿਆ ਕਿ ਇਸ ਪੂਰੇ ਜੋ ਤੁਸੀਂ ਪ੍ਰਕਿਰਿਆ ਕਰ ਰਹੇ ਹੋ ਇਹ ਬੇਭਰੋਸਗੀ ਮਤੇ ਵਾਲੀ, ਉਹਦੇ 'ਚ ਤੁਹਾਨੂੰ ਸਰ ਹਾਸਲ ਕੀ ਹੋਊਗਾ? ਸਰਕਾਰ ਤਾਂ ਸਰ ਬਚ ਜਾਣੀ ਹੈ, ਉਹ ਡਿੱਗਣੀ ਨਹੀਂ, ਉਹਨਾਂ ਨੂੰ ਪੂਰਾ ਕੌਨਫੀਡੈਂਸ ਹੈ। ਦੇਖੋ ਇਹ ਚੀਜ਼ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਸਪਸ਼ਟ ਕਰਤੀ ਸੀ ਗੱਲ, ਇਸ਼ੂ ਨੰਬਰਾਂ ਦਾ ਨਹੀਂ ਹੈ, ਇਸ਼ੂ ਹੈ ਮਣੀਪੁਰ ਨੂੰ ਇਨਸਾਫ ਦਿਵਾਉਣ ਦਾ, ਉਹ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਗਵਾਈਆਂ, ਬੱਚੇ ਗਵਾਏ ਹੈ, ਜਿਹੜੇ ਪਰਿਵਾਰ ਉਜੜੇ ਹੈ ਤੇ ਮਿਸਮੈਨੇਜਮੈਂਟ ਸਰਕਾਰ ਦੀ ਕਰਕੇ ਉਜੜੇ ਆ, ਉਹ ਸਰਕਾਰ ਨੂੰ ਅਕਾਊਂਟੇਬਲ ਬਣਾਉਣਾ ਮੁੱਦਾ ਹੈ। ਦੂਜੀ ਗੱਲ ਤੁਸੀਂ ਦੇਖੋ ਭੁੱਲਰ ਸਾਹਿਬ ਦਾ ਕਹਿਣਾ ਕਿ ਸਟੇਬਲ ਗਵਰਨਮੈਂਟ ਤਾਂ ਹੈ ਨਹੀਂ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਕਿਉਂ ਨਹੀਂ ਰਹੀ ਇਹੀ ਗੱਲ? ਦੋ ਤੁਹਾਡੇ ਐਮਪੀਜ਼ ਹੈ ਪਾਰਲੀਮੈਂਟ ਦੇ ਵਿੱਚ, ਇੱਕ ਦਫਾ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਤੁਹਾਡੀ ਸਰਕਾਰ ਦੀ ਮਿਸਮੈਨੇਜਮੈਂਟ ਸੀਗੀ, ਤੁਹਾਡੀ ਸਰਕਾਰ ਸਟੇਬਲ ਨਹੀਂ ਸੀਗੀ, ਤੁਹਾਡੀ ਅਕਾਊਂਟੇਬਿਲਿਟੀ ਫਿਕਸ ਹੋਣੀ ਚਾਹੀਦੀ ਹੈ, ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ, ਰਿਜ਼ਾਈਨ ਕਰਨਾ ਚਾਹੀਦਾ ਹੈ। ਇੱਕ ਲੀਡਰ ਨੇ ਬਿਆਨ ਤਾਂ ਕੀ ਦੇਣਾ ਸੀਗਾ, ਇਹ ਡਿਫਲੈਕਟ ਤੇ ਡੈਵੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਕਾਰਨ ਉਹਦਾ ਬੜਾ ਸਿੰਪਲ ਹੈ, ਵੋਟਾਂ ਨਹੀਂ ਨਾ ਮਿਲਣੀਆਂ ਇਹ ਮੁੱਦੇ ਤੇ ਗੱਲ ਕਰਕੇ, ਫਾਇਦਾ ਨਹੀਂ ਨਾ ਹੋਣਾ, ਨੁਕਸਾਨ ਹੋਊਗਾ, ਕਿਉਂਕਿ ਜਿਹੜੇ ਅੰਡਰ ਦਾ ਟੇਬਲ ਬੀਜੇਪੀ ਦੇ ਨਾਲ ਅਲਾਈਅੰਸ ਹੈ ਇਹਨਾਂ ਦੀ, ਉਦੋਂ ਫਰਕ ਪੈਂਦਾ ਹੈ। ਤਾਂ ਕਰਕੇ ਇੱਕ ਦਫਾ ਇਹ ਕਹਿ ਰਹੇ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਸੀਗਾ। ਇੱਕ ਮਿੰਟ ਪੁੱਲਰ ਸਾਹਿਬ ਪਲੀਜ਼, ਪੀਐਮ ਸਾਹਿਬ ਦੀ ਇੰਨੀ ਗੱਲ ਦਿੱਤੇ ਸ਼੍ਰੋਮਣੀ ਅਕਾਲੀ ਦਲ ਕੀ ਮੋਦੀ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਮੈਂ 35 ਸੈਕਿੰਡ ਜਿਹੜਾ ਸਾਹਿਬ ਇਤਨਾ ਬੋਲਿਆ ਕਰੋ। ਪੁੱਲਰ ਸਾਹਿਬ ਪਲੀਜ਼, ਪੁੱਲਰ ਸਾਹਿਬ ਇਦਾਂ ਨਾ ਕਰੋ, ਪੁੱਲਰ ਸਾਹਿਬ ਪਲੀਜ਼, ਖੜਿਆਲ ਸਾਹਿਬ ਆਪਣੀ ਗੱਲ ਪੂਰੀ ਕਰੋ, ਖੜਿਆਲ ਸਾਹਿਬ ਆਪਣੀ ਗੱਲ। ਦੂਜੀ ਗੱਲ ਇਹ ਹੈ ਇਹਨਾਂ ਦਾ ਕਹਿਣਾ ਜਦੋਂ ਮੌਕਾ ਆਊਗਾ ਉਦੋਂ ਬੋਲਾਂਗੇ, ਇੰਨੇ ਲੋਕ ਮਾਰੇ ਗਏ, ਰੇਪਸ ਹੋ ਗਏ, ਤੇ ਹਜੇ ਤੁਸੀਂ ਕਹਿ ਰਹੇ ਹੋ ਜਦੋਂ ਮੌਕਾ ਆਊਗਾ ਉਦੋਂ ਬੋਲਾਂਗੇ। ਇੱਥੋਂ ਸ਼੍ਰੋਮਣੀ ਅਕਾਲੀ ਦਲ ਐਕਸਪੋਜ਼ ਹੁੰਦਾ ਹੈ, ਇਹਨਾਂ ਦੀ ਲੀਡਰਸ਼ਿਪ ਐਕਸਪੋਜ਼ ਹੁੰਦੀ ਹੈ। ਦੂਜਾ ਇਹ ਕਹਿੰਦੇ ਐਮਪੀਜ਼ ਉਦੋਂ ਬੋਲਣਗੇ ਜਦੋਂ ਵੀ ਉਹਨਾਂ ਨੂੰ ਠੀਕ ਲੱਗੂਗਾ, ਮਤਲਬ ਹਜੇ ਠੀਕ ਹੀ ਨਹੀਂ ਲੱਗ ਰਿਹਾ। ਇਹਨਾਂ ਆਪਾਂ ਸਰ ਜਿਹੜਾ ਹੈ ਮਿਆਰ ਜਿਹੜਾ ਹੈ ਆਪਾਂ ਥੱਲੇ ਲੈ ਕੇ ਜਾ ਰਹੇ ਹਾਂ ਮਿਆਰ ਨੂੰ, ਇਹ ਮਤਲਬ ਬੇਸਿਕ ਮੋਰੈਲਿਟੀ ਦੀ ਗੱਲ ਹੈ, ਇਹ ਬੇਸਿਕ ਆਪਣਾ ਲੌਜਿਕ ਕਾਮਨ ਸੈਂਸ ਦੀ ਗੱਲ ਹੈ ਕਿ ਕਤਲ ਹੋਏ ਉੱਥੇ, ਡਿਸਪਲੇਸ ਹੋਏ ਲੋਕ, ਘਰ ਉਜਾੜੇ ਗਏ ਹੈ, ਛੱਤਾਂ ਖੋਈਆਂ ਗਈਆਂ, ਤੇ ਉਹਦੇ ਬਾਵਜੂਦ ਤੁਸੀਂ ਕਹਿ ਰਹੇ ਹੋ ਜਦੋਂ ਠੀਕ ਲੱਗੂਗਾ। ਠੀਕ ਹੈ ਖੜਿਆਲ ਸਾਹਿਬ, ਤੁਹਾਡਾ ਪੁਆਇੰਟ ਆ ਗਿਆ। ਅਕਾਲੀ ਦਲ ਦੋਵੇਂ ਐਕਸਪੋਜ਼ ਹੁੰਦੇ। ਚਲੋ ਖੜਿਆਲ ਸਾਹਿਬ ਤੁਹਾਡਾ ਪੁਆਇੰਟ ਆ ਗਿਆ। ਲੋਕੇਸ਼ ਨਾਰਾ ਸਾਹਿਬ, ਸਰ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਤੁਸੀਂ? ਨਾਰਾ ਸਾਹਿਬ ਜੀ ਧੰਨਵਾਦ ਵਾਲੀ ਤਾਂ ਇਹਦੇ ਚ ਕੋਈ ਗੱਲ ਨਹੀਂ ਹੈਗੀ, ਆਪਾਂ ਜਿਹੜੇ ਮੁੱਦੇ ਤੇ ਡਿਬੇਟ ਕਰ ਰਹੇ ਆਪਾਂ ਉਹਦੇ ਤੇ ਰਹੀ ਸਰ, ਉਹ ਮੁੱਦੇ ਤੇ ਅਕਾਲੀ ਦਲ ਨੇ ਤੁਹਾਡੇ ਹੱਕ ਵਿੱਚ ਸਮਰਥਨ ਦਿੱਤਾ ਨਾ ਸਰ। ਬਿਲਕੁਲ ਗਲਤ ਕੇਪੀ ਜੀ, ਬਿਲਕੁਲ ਗਲਤ ਕੇਪੀ ਜੀ, ਗਲਤ ਬਿਆਨਬਾਜ਼ੀ ਨਾ ਕਰੋ ਇੱਥੇ ਬਹਿ ਕੇ। ਮੈਂ ਤਾਂ ਸਰ ਪੁੱਛ ਰਿਹਾ ਤੁਸੀਂ ਹੱਕ ਚ ਹੈਗੇ ਨਾ, ਬੀਜੇਪੀ ਦੇ ਹੱਕ ਵਿੱਚ ਨਹੀਂ ਹੈਗੇ? ਮੈਂ ਕਿਹਾ ਹੱਕ ਚ ਸੀ, ਗਲਤ ਬਿਆਨਬਾਜ਼ੀ ਨਹੀਂ ਹੱਕ ਵਿੱਚ ਨਾ, ਨਹੀਂ ਹੱਕ ਵਿੱਚ ਤੁਸੀਂ ਫਿਰ ਸਰ ਆਪੋਜੀਸ਼ਨ ਇਲਜ਼ਾਮ ਮਾਰੀ ਤੁਹਾਡੇ ਤੇ, ਤੁਸੀਂ ਸਪਸ਼ਟ ਕਰ ਦਿਓ ਨਾ। ਬਿਆਨਬਾਜ਼ੀ ਕਿਉਂ ਕਰਦੇ ਹੋ? ਗਲਤ ਬਿਆਨਬਾਜ਼ੀ ਕਿਉਂ ਕਰਦੇ ਹੋ? ਸਪਸ਼ਟ ਕਰ ਦਿਓ ਪੁੱਲਰ ਸਾਹਿਬ, ਪੁੱਲਰ ਸਾਹਿਬ ਸਪਸ਼ਟ ਕਰ ਦਿਓ ਸਰ, ਪੁੱਲਰ ਸਾਹਿਬ ਸਪਸ਼ਟ ਕਰ ਦਿਓ ਨਾ ਸਰ, ਇਹ ਆਪੋਜੀਸ਼ਨ ਤੁਹਾਡੇ ਤੇ ਸਵਾਲ ਚੁੱਕਦੀ ਪਈ ਹੈ ਸਰ, ਸਪਸ਼ਟ ਕਰ ਦਿਓ।
ਨਹੀਂ ਆਪਣੇ ਆਪ ਹੀ ਬਣਾਉਣਾ ਚਾਹੁੰਦੇ ਹੁੰਦੇ ਮਨੀਪੁਰ ਕਾਂਡ ਤੇ ਕੋਈ ਵੀ ਕਹਿ ਗਏ ਹੱਕ ਤੇ ਚਲੋ ਠੀਕ ਹੈ ਪੁੱਲਰ ਸਾਹਿਬ ਤੁਸੀਂ ਸਪਸ਼ਟ ਕੀਤਾ ਪੁੱਲਰ ਆਪਣੇ ਸਾਹਿਬ ਸਭ ਸਾਡੇ ਮੂੰਹ 'ਚ ਨਾ ਪਾਓ ਤੁਸੀਂ ਪੁੱਲਰ ਸਾਹਿਬ ਮਨੀਪੁਰ ਦੇ ਮੁੱਖ ਮੰਤਰੀ ਆਰਾਮ ਨਾਲ ਗੱਲ ਕਰਦੇ ਆ ਸਾਡੇ ਮਨੀਪੁਰ ਦੇ ਪੁੱਲਰ ਸਾਹਿਬ ਮਨੀਪੁਰ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਠੋਕੇ ਨਾ ਬਣੋ ਜੋ ਮਰਜ਼ੀ ਕਰ ਲਓ ਪੁੱਲਰ ਸਾਹਿਬ ਕੋਈ ਜੋ ਮਰਜ਼ੀ ਕਰ ਲਓ ਪੁੱਲਰ ਸਾਹਿਬ ਜੋ ਮਰਜ਼ੀ ਕਰ ਲਓ ਸਰ ਜੋ ਮਰਜ਼ੀ ਕਰ ਲਓ ਪੁੱਲਰ ਸਾਹਿਬ ਜੋ ਮਰਜ਼ੀ ਕਰ ਮਨੀਪੁਰ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਅਕਾਲੀ ਦਲ ਦੀ ਡਿਮਾਂਡ ਕੀ ਹੈ ਸਰ ਸਵਾਲ ਸੁਣ ਲਓ ਨਾ ਪੁੱਲਰ ਸਾਹਿਬ ਜੋ ਮਰਜ਼ੀ ਕਹਿ ਲੈਣਾ ਸਰ ਤੁਸੀਂ ਕਹਿ ਲਿਆ ਨਾ ਸਰ ਕਹਿ ਲਿਆ ਉਹ ਸਰ ਭੁੱਲਰ ਸਾਹਿਬ ਆਪ ਤਾਂ ਭਾਜਪਾ ਤੋਂ ਆਏ ਹੋਏ ਆ ਕੇਪੀ ਜੀ ਤੁਹਾਨੂੰ ਲੱਗਦਾ ਉਹ ਭਾਜਪਾ ਦੇ ਖਿਲਾਫ ਬੋਲਣਗੇ ਜਸੇ ਜੀ ਇੱਕ ਮਿੰਟ ਇਦਾਂ ਨਾ ਕਰੋ ਜਸਤੇਜ ਜੀ ਇਹ ਤਰੀਕਾ ਠੀਕ ਨਹੀਂ ਹੈ ਤੁਹਾਡੇ ਵਿੱਚ ਜਸਤੇਜ ਜੀ ਤੁਸੀਂ ਨਾ ਬੋਲੋ ਜਸਤੇਜ ਜੀ ਤੁਸੀਂ ਨਾ ਬੋਲੋ ਜਸਤੇਜ ਜੀ ਸੱਚਾਈ ਬੋਲਣ ਦਾ ਮਾਮਲਾ ਜਸਤੇਜ ਜੀ ਆਮ ਆਦਮੀ ਪਾਰਟੀ ਕਾਂਗਰਸ ਦੋਨੋਂ ਸਵਾਲ ਪੁੱਛਦੀ ਪਈ ਹੈ ਸ਼ਰਮ ਨਹੀਂ ਹੈਗਾ ਇੱਕ ਮਿੰਟ ਪਲੀਜ਼ ਜਸਤੇਜ ਜੀ ਇੱਕ ਮਿੰਟ ਜਸਤੇਜ ਜੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੋਨੋਂ ਸਵਾਲ ਕਰਦੀ ਪਈ ਹੈ ਭੁੱਲਰ ਸਾਹਿਬ ਨੂੰ ਸਪਸ਼ਟੀਕਰਨ ਤਾਂ ਦੋ ਨਾ ਸਰ ਇਦਾਂ ਥੋੜੀ ਹੁੰਦਾ ਇੱਕ ਮਿੰਟ ਨਾਰਾ ਸਾਹਿਬ ਤੁਸੀਂ ਵੀ ਰੁਕ ਜਾਓ ਨਾਰਾ ਸਾਹਿਬ ਇੱਕ ਮਿੰਟ ਰੁਕ ਜਾਓ ਸਰ ਇੱਕ ਮਿੰਟ ਰੁਕ ਜਾਓ ਜਸਤੇਜ ਜੀ ਇੱਕ ਮਿੰਟ ਨਾਰਾ ਸਾਹਿਬ ਜਸਤੇਜ ਜੀ ਇੱਕ ਮਿੰਟ ਪਲੀਜ਼ ਸਰ ਭੁੱਲਰ ਸਾਹਿਬ ਨੂੰ ਸਪਸ਼ਟੀਕਰਨ ਤਾਂ ਦੇਣ ਦਿਓ ਸਰ ਤੁਸੀਂ ਸਵਾਲ ਕਰੀ ਜਾਂਦੇ ਉਹਨਾਂ ਨੂੰ ਉਹ ਜਵਾਬ ਨਾ ਦੇਣ ਭੁੱਲਰ ਸਾਹਿਬ ਜਿਹੜੀ ਆਪੋਜੀਸ਼ਨ ਤੁਹਾਡੇ ਤੇ ਸਵਾਲ ਕਰਦੀ ਵਾਰ ਪਰ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਮਨੀਪੁਰ ਦੇ ਮੁੱਖ ਮੰਤਰੀ ਨੇ ਗਲਤ ਕੀਤਾ ਸਰਕਾਰ ਨੂੰ ਸੰਭਾਲਿਆ ਨਹੀਂ ਗਿਆ ਬੱਚਾ ਚੋਰ ਮਫੇਰੇ ਭਾਈਆਂ ਦਾ ਜਵਾਬ ਦੇਣਾ ਅਸੀਂ ਠੀਕ ਨਹੀਂ ਸਮਝਦੇ ਜਿਹੜੇ ਕਾਂਗਰਸੀ ਨੇ ਸਿੱਖਾਂ ਦੇ ਕਾਤਲ ਨੇ ਮੈਂ ਕਹਿੰਦਾ ਤੁਸੀਂ ਬੀਜੇਪੀ ਦੇ ਭਾਈਵਾਲ ਨਹੀਂ ਸੀ ਅਡਵਾਨੀ ਸਾਹਿਬ ਦਾ ਬਿਆਨ ਪੜਿਆ ਅਡਵਾਨੀ ਸਾਹਿਬ ਦਾ ਬਿਆਨ ਪੜ੍ਹ ਲਿਓ ਕਿ ਅਸੀਂ ਮਨਜ਼ੂਰ ਕੀਤਾ ਸੀ 1984 ਲਈ ਉਦੋਂ ਬਾਅਦ ਗੱਲ ਕਰਿਓ ਬੀਜੇਪੀ ਦੇ ਨਾਲ ਭਾਈਵਾਲ ਸੀ ਤੇ ਗਲਤ ਰਾਸ਼ਟਰੀਆਂ ਕਰਦੇ ਹੋ ਚਲੋ ਨਾਰਾ ਸਾਹਿਬ ਮੈਂ ਇੱਕ ਗੱਲ ਜਾਣਦਾ ਕੇਪੀ ਜੀ ਇਹ ਜੋ ਅੱਜ ਮਨੀਪੁਰ 'ਚ ਹੋ ਰਿਹਾ ਨਾ ਇਹਦੇ ਚ ਅਕਾਲੀ ਦਲ ਉਹਨਾਂ ਹੀ ਭਾਈਵਾਲ ਆ ਭਾਜਪਾ ਦਾ ਜੋ ਅੱਜ ਉਹਨਾਂ ਦੀ ਸਟੇਟਮੈਂਟ ਆਈਆਂ ਨਾ ਭੁੱਲਰ ਸਾਹਿਬ ਦੀਆਂ ਇਹ ਸਿਰਫ ਆਪਣੀ ਚਲੋ ਹੁਣ ਰੁਕ ਜਾਓ ਸਾਰਿਆਂ ਨੇ ਰੁਕ ਜਾਓ ਨਾਰਾ ਸਾਹਿਬ ਕੁਝ ਕਹਿਣਾ ਚਾਹੁੰਦੇ ਆਪਾਂ ਡਿਬੇਟ ਸਮਾਪਤ ਕਰੀਏ ਨਾਰਾ ਸਾਹਿਬ ਬੋਲੋ ਗੱਲ ਕਰਨੀ ਹੈ ਕਿ ਬੀਜੇਪੀ ਦੇ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ ਇਹੀ ਸ਼੍ਰੋਮਣੀ ਅਕਾਲੀ ਦਲ ਨੇ ਅਲਾਈਅੰਸ ਕੀਤੀ ਸੀ ਬੀਜੇਪੀ ਨਾਲ ਅਡਵਾਨੀ ਸਾਹਿਬ ਨੇ ਮਜਬੂਰ ਕੀਤਾ ਸੀ 1984 ਹਾਂ ਨਾਰਾ ਸਾਹਿਬ ਕੀ ਕਹਿਣਾ ਚਾਹੁੰਦੇ ਬੋਲੋ ਫਟਾਫਟ ਦੇਖੋ ਕੇਪੀ ਜੀ ਮੈਨੂੰ ਜਸਤੇਜ ਜੀ ਦੀ ਗੱਲ ਤਾਂ ਬੜਾ ਸਖਤ ਇਤਰਾਜ਼ ਹੈ ਔਰ ਤੁਸੀਂ ਇਸ ਚੀਜ਼ ਦਾ ਅੱਗੇ ਤੋਂ ਧਿਆਨ ਵੀ ਰੱਖੋ ਦੇਖੋ ਹਰੇਕ ਦੀ ਪੋਲੀਟੀਕਲ ਐਫੀਲੀਏਸ਼ਨਸ ਬਦਲਦੀਆਂ ਨੇ ਆਪਾਂ ਨੂੰ ਇਹ ਕਿਸੇ ਦਾ ਪਰਸਨਲ ਹਰੇਕ ਦੀ ਬਦਲਦੀ ਹੈ ਚਾਹੀਦਾ ਕਿ ਭੁੱਲਰ ਸਾਹਿਬ ਬੀਜੇਪੀ ਚ ਸੀਗੇ ਤਾਂ ਉਹਨਾਂ ਦੀ ਗੱਲ ਕਰਦੇ ਨੇ ਇਹ ਗਲਤ ਗੱਲ ਹੈ ਬਹੁਤ ਧੰਨਵਾਦ ਇਹ ਕੋਈ ਗਲਤ ਗੱਲ ਨਹੀਂ ਹੈ ਮੈਂ ਸੱਚ ਬੋਲ ਰਿਹਾ ਜਸਤੇਜ ਜੀ ਇਦਾਂ ਨਾ ਕਰੋ ਜਸਤੇਜ ਜੀ ਹਰ ਗੱਲ ਵਿੱਚ ਇੰਟਰਪਟ ਨਾ ਕਰਿਆ ਕਰੋ ਜਸਤੇਜ ਜੀ ਹਰ ਗੱਲ ਵਿੱਚ ਇੰਟਰਪਟ ਨਾ ਕਰਿਆ ਕਰੋ ਪਲੀਜ਼ ਪਰਸਨਲ ਐਸੋਸੀਏਸ਼ਨ ਚਲੋ ਆਪਾਂ ਡਿਬੇਟ ਇੱਥੇ ਸਮਾਪਤ ਇੱਕ ਮਿੰਟ ਆਪਾਂ ਡਿਬੇਟ ਇੱਥੇ ਸਮਾਪਤ ਕਰਦੇ ਹਾਂ ਪੋਲੀਟੀਕਲ ਇੱਕ ਮਿੰਟ ਜਸਤੇਜ ਜੀ ਪਲੀਜ਼ ਸਰ ਜਸਤੇਜ ਜੀ ਸਰ ਕਿਸੇ ਨੂੰ ਬੋਲਣ ਨਹੀਂ ਦਿੰਦੇ ਤੁਸੀਂ ਸਰ ਇਦਾਂ ਤਾਂ ਨਾ ਕਰੋ ਨਾ ਇਹਨਾਂ ਨੇ ਕਿਹਾ ਪੋਲੀਟੀਕਲ ਐਫੀਲੀਏਸ਼ਨ ਬਦਲਦੀਆਂ ਰਹਿੰਦੀਆਂ ਪੋਲੀਟੀਕਲ ਮੋਰੈਲਿਟੀ ਬਦਲਦੀ ਰਹਿੰਦੀ ਸਵਾਲ ਮੈਂ ਇੱਥੇ ਛੱਡ ਕੇ ਜਾ ਰਿਹਾ ਬਹੁਤ ਧੰਨਵਾਦ ਨਾਰੰਗ ਸਾਹਿਬ ਤੁਹਾਡਾ ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਜਸਤੇਜ ਜੀ ਤੁਹਾਡਾ ਬਹੁਤ ਧੰਨਵਾਦ ਹਰਜੀਤ ਸਿੰਘ ਭੁੱਲਰ ਤੁਹਾਡਾ ਬਹੁਤ ਧੰਨਵਾਦ ਇਹ ਚਾਰ ਮਹਿਮਾਨਾਂ ਨੂੰ ਤੁਸੀਂ ਸੁਣਿਆ ਤੁਸੀਂ ਫੈਸਲਾ ਕਰ ਲਿਓ ਕਿ ਇਹਨਾਂ ਦਾ ਕੀ ਮਕਸਦ ਹੈਗਾ ਤੇ ਬੇਭਰੋਸਗੀ ਮਤੇ ਚੋਂ ਦੇਸ਼ ਨੂੰ ਕਿਹੜਾ ਮੈਸੇਜ ਆਊਗਾ ਤੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਆਦਾ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਕਰ ਰਹੀਆਂ ਜਾਂ ਮਨੀਪੁਰ ਦੇ ਮੁੱਦੇ ਤੇ ਵਾਕਈ ਸੰਜੀਦਾ ਨੇ ਇਹ ਸਵਾਲ ਤੁਹਾਡੇ ਸਾਹਮਣੇ ਪਿਆ ਹੋਇਆ ਬਹੁਤ ਧੰਨਵਾਦ